ਆਪਾਂ ਇਸ ਡਿਬੇਟ ਨੂੰ ਚੱਕ ਕੇ ਲੋਕਾਂ ਦੇ ਵਿੱਚ, ਲੋਕਾਂ ਦੀ ਕਚਹਿਰੀ 'ਚ ਦੁਬਾਰਾ ਰੱਖ ਦਾਂਗੇ ਵੀ ਭਾਈ ਇਹ ਕਹਿ ਕੇ ਮੁੱਕਰ ਗਏ ਆ, ਤੇ ਆਪਾਂ ਇਸ ਨੂੰ ਇਹ ਇੱਕ ਡਾਕੂਮੈਂਟ ਤਿਆਰ ਹੋ ਗਿਆ ਇਸ ਤਰੀਕੇ ਦੇ ਨਾਲ ਕਿ ਅਦਾਨੀ ਨੂੰ ਸਪੋਰਟ ਕੀਤੀ ਜਾਵੇਗੀ। ਇਹ ਗੱਲ ਕਹਿ ਚੁੱਕੇ ਆ ਪ੍ਰਧਾਨ ਮੰਤਰੀ ਸਾਹਿਬ। मतलब ये गल फिर इतों स्पष्ट हो गई है भी असी कुछ घरां नूं ही फायदा देना भी बाकी लोगों का कचुंबर ही कट के रखन। एक कित्थों दा लॉजिक है कि कोला छत्तीसगढ़ तो निकलूगा, उत्थों उड़ीसा या बंगाल दे पोर्ट्स ते जाऊगा। एंड ऑफ द मंथ तो पहला ये लोगों नूं दिखाउण लई कि अदानी ग्रुप नूं रूलिंग बीजेपी सपोर्ट कर रही है, इहो जिहे तुगलकी फरमान जारी कीते जांदे है। ये अपना रेड़े ते लैके आन, ये ट्रक च लैके आन, ये रेल रूट राही लैके आन, ये हवाई जहाज राही लैके आन, इन्हां दी मर्जी है। मैं कल भी कह रहा सीगा, मैं अज भी कह रहा, कोई भी इन्हां नूं फोर्स नहीं करेगा, मैं जिम्मेवारी नाल कह रहा। ਇਹਦਾ ਮਤਲਬ ਤਾਂ ਇਹ ਹੈ ਵੀ ਚਰਚਾ ਹੀ ਖਤਮ ਹੋ ਗਈ, ਇਹ ਤਾਂ ਗੱਲ ਹੀ ਖਤਮ ਹੋ ਗਈ। ਇਹਦਾ ਮਤਲਬ ਤਾਂ ਫਿਰ ਆਪਾਂ ਸਮਾਂ ਨਾ ਜ਼ਾਇਆ ਕਰੀਏ। ਇਹ ਕਹਿੰਦੇ ਕੋਈ ਫੋਰਸ ਤਾਂ ਕੀਤਾ ਹੀ ਨਹੀਂ ਗਿਆ ਹੈਗਾ, ਫਿਰ ਤਾਂ ਗੱਲ ਹੀ ਖਤਮ ਹੋ ਗਈ। ਠੀਕ ਹੈ, ਫਿਰ ਤਾਂ ਸਿੱਧਾ ਰੇਲ ਰਾਹੀਂ ਆਊਗਾ, ਲਿਆਓ। ਠੀਕ ਹੈ, ਜਿਵੇਂ ਕੰਮ ਚੱਲ ਰਿਹਾ ਚੱਲ ਰਿਹਾ। बीजेपी सरकार जिहड़ी है वो 1% ਨੂੰ ਕੁਝ ਪਰਿਵਾਰਾਂ ਦੀ ਮਦਦ ਕਰਨ ਲਈ ਬਾਕੀ ਦੇ ਲੋਕਾਂ ਦਾ ਗਲ ਘੁੱਟਣ ਤੋਂ ਬਿਲਕੁਲ ਵੀ ਸੰਕੋਚ ਨਹੀਂ ਕਰਦੀ। Nobody would force you, ਅਸੀਂ ਤੁਹਾਡੇ ਨਾਲ ਹੈ। ਜੇ ਕੱਲ ਨੂੰ ਤੁਹਾਨੂੰ ਕੋਈ ਫੋਰਸ ਕਰੇ, ਸਾਨੂੰ ਨਾਲ ਲੈ ਕੇ ਚੱਲੋ, ਅਸੀਂ ਦਿੱਲੀ ਚੱਲਾਂਗੇ। ਬੀਜੇਪੀ ਦੀ ਪੂਰੀ ਟੀਮ ਇਨਕਲੂਡਿੰਗ ਪ੍ਰੈਜ਼ੀਡੈਂਟ ਅਸ਼ਵਨੀ ਸ਼ਰਮਾ ਜੀ। ਕੋਲ ਲੈਣ ਤੋਂ ਮਨਾ ਕੀਤਾ ਜਾਂਦਾ, ਉਸ ਰੂਟ ਤੋਂ ਹੋ ਸਕਦਾ ਹੈ ਕਿ ਕੋਟਾ ਘਟਾ ਦਿੱਤਾ ਜਾਊਗਾ। ਪਲੀਜ਼ ਮੈਨੂੰ ਇੱਕ ਲੌਜੀਕ ਇਸ ਗੱਲ ਦਾ ਸਮਝਾ ਦਿਓ ਕਿ ਸਾਡੀ ਚੀਜ਼, ਪੰਜਾਬ ਦੇ ਲੋਕਾਂ ਦੀ ਖਾਣ, ਪੰਜਾਬ ਦੇ ਲੋਕਾਂ ਦਾ ਪੈਸਾ ਤੁਸੀਂ ਅੱਜ ਇੱਕ ਵੇਲਡ ਥ੍ਰੈਟ ਦੇ ਰਹੇ ਹੋ, ਵੇਲਡ ਥ੍ਰੈਟ ਕਿ 15 ਤੋਂ 20% ਇੱਦਾਂ ਲੈ ਕੇ ਆਉਣਾ। ਜੇ ਨਹੀਂ ਲੈ ਕੇ ਆਏ ਤਾਂ ਕੋਈ ਨਹੀਂ, ਟ੍ਰੇਨਾਂ ਤਾਂ ਫਿਰ ਰੇਲਵੇ ਮਿਨਿਸਟਰੀ ਨਹੀਂ ਦੇਣੀਆਂ ਨੇ ਨਾ। 8 ਰੁਪਏ ਬਿਜਲੀ ਪਰ ਯੂਨਿਟ ਖਰੀਦ ਕੇ ਫ੍ਰੀ ਦੇ ਰਹੇ ਆ। ਕੋਈ ਚੀਜ਼ ਜੇ ਤਾਂ ਇਹਨਾਂ ਦੇ ਕੋਲ 30,000 ਕਰੋੜ ਰੁਪਏ ਦਾ ਕਰਜ਼ਾ, ਮੈਂ ਤੁਹਾਨੂੰ ਅਖਬਾਰ ਦਿਖਾਤੀ, ਪੰਜਾਬ ਨੇ ਲਿਆ ਹੈਗਾ। ਦੱਸੋ ਆਪਾਂ ਜਿਹੜਾ ਕਰਜ਼ਾਈ ਬੰਦਾ ਖੁਦ ਹੋਵੇ ਉਹ ਕਿਸੇ ਨੂੰ ਫ੍ਰੀ ਪੀਸ ਕਿਵੇਂ ਦੇ ਸਕਦਾ, ਰਿਓੜੀਆਂ ਕਿੱਦਾਂ ਵੰਡ ਸਕਦਾ ਹੈਗਾ ਆ। ਆਪਣੇ ਕੋਲ ਇਹਨੂੰ ਪੰਜਾਬੀ 'ਚ ਕਹਿੰਦੇ ਆ ਪੱਲੇ ਨਹੀਂ ਧੇਲਾ, ਕਰਦੀ ਮੇਲਾ ਮੇਲਾ। ਗਰੇਵਾਲ ਸਾਹਿਬ ਸਿੱਧਾ ਹੀ ਕਹਿਤਾ, ਕਹਿੰਦੇ ਕੰਮ ਸਾਰੇ ਜ਼ੀਰੋ ਨੇ, ਪੱਲੇ ਨਹੀਂ ਧੇਲਾ, ਕਰਦੀ ਮੇਲਾ ਮੇਲਾ। ਤੇ ਮੈਨੂੰ ਲੱਗਦਾ ਕਿ ਇਸ ਡਿਬੇਟ ਦੀ, ਇਸ ਤਕਰੀਰ ਨੂੰ ਆਧਾਰ ਬਣਾ ਕੇ ਗੱਲ ਨੂੰ ਅੱਗੇ ਰੱਖਿਆ ਜਾ ਸਕਦਾ ਹੈ। ਮੁੱਖ ਮੰਤਰੀ ਸਾਹਿਬ ਇੱਕ ਚਿੱਠੀ ਹੋਰ ਪਾ ਦੇਣ ਕੇਂਦਰੀ ਮੰਤਰੀ ਨੂੰ, ਲੱਦੜ ਸਾਹਿਬ ਹੋਰਾਂ ਨੂੰ ਕੋਟ ਕਰ ਦੇਣ। ਛੋਟਾ ਜਿਹਾ ਪ੍ਰੈਸ ਨੋਟ ਦਵਾ ਦਿਓ ਪੰਜਾਬ ਬੀਜੇਪੀ ਤੋਂ ਕਿ ਇਹ ਤੁਗਲਕੀ ਫਰਮਾਨ ਹੈ, ਤੇ ਜੇ ਮੋਦੀ ਨੇ ਪੰਜਾਬ ਦਾ ਕੋਟਾ ਘਟਾਇਆ ਤਾਂ ਅਸੀਂ ਜਾ ਕੇ ਮੋਦੀ ਦੇ ਘਰ ਦੇ ਬਾਹਰ ਬੈਠਾਂਗੇ। ਪਰ ਗੱਲ ਇਹ ਹੈ ਕਿ ਨਾ ਤਾਂ ਮਹਾਰਾਜ ਨੇ ਜਾਣਾ, ਨਾ ਜਾਖੜ ਨੇ ਜਾਣਾ, ਤੇ ਨਾ ਬਾਜਵੇ ਨੇ ਜਾਣਾ, ਤੇ ਜਿਹੜੇ ਤੁਹਾਡੇ ਮਿੱਤਰ ਨੇ ਉਹਨਾਂ ਨੇ ਤਾਂ ਹਿੱਲਣਾ ਨਹੀਂ। ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ। ਮੈਂ ਨਵਜੋਤ ਸਿੰਘ ਢਾਲੀਵਾਲ। ਦਾ ਸਪੋਕਸਮੈਨ ਡਿਬੇਟ ਦੇ ਵਿੱਚ ਅੱਜ ਗੱਲ ਕੋਲੇ ਦੀ ਕਰਾਂਗੇ। ਕੋਲੇ ਤੇ ਜਿਹੜਾ ਰੌਲਾ ਪੈ ਰਿਹਾ ਉਸ ਦੀ ਕਰਾਂਗੇ। ਕੋਲੇ ਦੇ ਅੰਦਰਲਾ ਕਾਲਾ ਮਾਲਾ ਕੀ ਹੈ ਉਸ ਦੀ ਕਰਾਂਗੇ, ਕਿਉਂਕਿ ਕੋਲ ਮਾਈਨਸ ਦੀ ਜੇਕਰ ਗੱਲ ਕਰਦੇ ਹਾਂ ਉਹ ਹੋਰ ਵੀ ਬਹੁਤ ਲੰਬਾ ਵੱਡਾ ਦਾਇਰਾ ਹੋ ਜਾਊਗਾ ਕਿ ਕਦੋਂ ਤੋਂ ਇਹ ਸਾਰਾ ਕੁਝ ਚੱਲਦਾ ਰਿਹਾ, ਕਿਵੇਂ ਕਿਵੇਂ ਇਹਨਾਂ ਦੇ ਵਿੱਚ ਕੀ ਹੋਇਆ। ਖੈਰ ਗੱਲ ਇਹ ਹੈ ਕਿ ਮਸਲਾ ਪੰਜਾਬ ਦੇ ਨਾਲ ਜੁੜਿਆ, ਪੰਜਾਬ ਦੇ ਬਿਜਲੀ ਖੇਤਰ ਦੇ ਨਾਲ ਜੁੜਿਆ। ਪੰਜਾਬ ਦੇ ਜਿਹੜਾ ਸਾਡਾ ਬਿਜਲੀ ਬੋਰਡ ਹੈ, ਬਿਜਲੀ ਬੋਰਡ ਹੁਣ ਤੱਕ ਕਾਰਪੋਰੇਸ਼ਨ ਦੇ ਵਿੱਚ ਤਬਦੀਲ ਹੋ ਗਿਆ, ਉਸ ਦੇ ਨਾਲ ਜੁੜਿਆ। ਉਸ ਦੇ ਉੱਤੇ ਪੈਣ ਵਾਲੇ ਬੋਝ ਦੇ ਜਿਹੜੇ ਸੰਸੇ ਆ ਜਾਂ ਜਿਹੜੇ ਪ੍ਰਗਟਾਏ ਜਾ ਰਹੇ ਖਦਸ਼ੇ ਆ ਉਹਨਾਂ ਨਾਲ ਜੁੜਿਆ। ਮੁੱਖ ਮੰਤਰੀ ਵੱਲੋਂ ਪਿਛਲੇ ਸਾਲ ਲਿਖੀ ਗਈ ਚਿੱਠੀ ਦੇ ਵਿੱਚ ਜਿਹੜੀਆਂ ਚੀਜ਼ਾਂ ਦੇ ਸੰਸੇ ਪ੍ਰਗਟਾਏ ਗਏ ਆ ਉਹਨਾਂ ਦੇ ਨਾਲ ਜੁੜਿਆ ਹੈ ਕਿ ਪਹਿਲਾਂ ਤੋਂ ਹੀ ਮਜ਼ੀਦ ਕਰਜ਼ੇ ਦੇ ਬੋਝ ਹੇਠ ਦਬੇ ਪੰਜਾਬ ਦੇ ਉੱਤੇ ਜੇ ਹੋਰ ਇਸ ਤਰੀਕੇ ਦਾ ਬੋਝ ਪੈ ਜਾਵੇਗਾ ਤਾਂ ਜਦੋਂ ਇੰਨੇ ਔਖੇ ਸਮੇਂ ਦੇ ਵਿੱਚ ਆ ਸਾਰੀਆਂ ਚੀਜ਼ਾਂ ਨੂੰ ਮੈਨੇਜ ਕਰ ਰਹੇ ਹਾਂ ਤਾਂ ਇਹ ਔਖਾ ਹੋ ਜਾਵੇਗਾ। ਤੇ ਇਹ ਸਭ ਦੇ ਦਰਮਿਆਨ ਕਈ ਤਰ੍ਹਾਂ ਦੇ ਸਵਾਲ ਪੈਦਾ ਹੁੰਦੇ ਆ ਕਿ ਜਿਹੜੀ ਪੰਜਾਬੀਆਂ ਨੂੰ ਮੁਫਤ ਬਿਜਲੀ ਮਿਲ ਰਹੀ ਹੈ ਉਹ ਤੇ ਬ੍ਰੇਕ ਤਾਂ ਨਹੀਂ ਲੱਗੇਗੀ, ਕਿ ਜਿਹੜਾ ਉਹਨਾਂ ਨੂੰ 600 ਯੂਨਿਟ ਜਾਂ 300 ਯੂਨਿਟ ਪ੍ਰਤੀ ਮਹੀਨਾ ਮਿਲਦੇ ਆ ਉਹ ਤਾਂ ਨਹੀਂ ਇਸ ਦੇ ਨਾਲ, ਜੇ ਇਹ ਫਰਮਾਨ ਲਾਗੂ ਹੋ ਜਾਂਦੇ ਹੈ, ਜੇ ਇਹ ਰੂਟ ਜਿਹੜਾ RSR ਰੂਟ ਦੇ ਜ਼ਰੀਏ ਕੋਲਾ ਆਉਂਦਾ ਹੈ ਤੇ ਜਿਹੜੇ ਸੰਸੇ ਉਸ ਤੋਂ ਬਾਅਦ ਪ੍ਰਗਟਾਏ ਗਏ ਹੈ ਕਿ ਬਿਜਲੀ ਮਹਿੰਗੀ ਹੋ ਜਾਏਗੀ, ਕਿੰਨੀ ਗੁਣਾ ਮਹਿੰਗੀ ਹੋਏਗੀ, ਬੋਝ ਕੀ ਤੇ ਪਵੇਗਾ, ਕਿ ਉਹ ਬੋਝ ਪੰਜਾਬ ਸਰਕਾਰ ਤੇ ਪਵੇਗਾ, ਕਾਰਪੋਰੇਸ਼ਨ ਤੇ ਪਵੇਗਾ ਜਾਂ ਫਿਰ ਉਹ ਕੰਜ਼ਿਊਮਰ ਤੇ ਪਵੇਗਾ। ਆਫਟਰ ਆਲ ਹੁੰਦਾ ਕੀ ਹੈ, ਬਹੁਤਾਤ ਹੀ ਹੁੰਦਾ ਹੈ ਕਿ ਜਿਹੜਾ ਉਪਭੋਗਤਾ ਹੁੰਦਾ ਹੈ, ਖਪਤਕਾਰ ਹੁੰਦਾ ਹੈ, ਉਹਨੂੰ ਇਹ ਬੋਝ ਭੁਗਤਣਾ ਪੈਂਦਾ ਹੈ। ਪਰ
ਇਸ ਦੇ ਦਰਮਿਆਨ ਸਾਡੇ ਕੋਲ ਭਾਜਪਾ ਤੇ ਆਮ ਆਦਮੀ ਪਾਰਟੀ ਤੋਂ ਬੜੇ ਜ਼ਹੀਨ ਮਹਿਮਾਨ ਸਾਡੇ ਦਰਮਿਆਨ ਅੱਜ ਪਹੁੰਚੇ, ਉਹਨਾਂ ਦਾ ਇਸਤਕਬਾਲ ਕਰਾਂਗੇ। ਲੱਦੜ ਸਾਹਿਬ ਆਏ ਆ ਸਾਡੇ ਨਾਲ ਭਾਜਪਾ ਤੋਂ ਤਸ਼ਰੀਫ ਲੈ ਕੇ, ਜਨਾਬ ਜੀਓ ਆਇਆਂ ਨੂੰ। ਔਰ ਅਹਿਬਾਬ ਗਰੇਵਾਲ ਸਾਹਿਬ ਆਮ ਆਦਮੀ ਪਾਰਟੀ ਤੋਂ ਆਏ, ਜਨਾਬ ਤੁਹਾਡਾ ਵੀ ਇਸ ਚਰਚਾ ਦੇ ਵਿੱਚ ਸਵਾਗਤ ਹੈ। ਗਰੇਵਾਲ ਸਾਹਿਬ, ਪਹਿਲਾਂ ਤਾਂ ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ, ਜਿਹੜੀ ਮੁੱਖ ਮੰਤਰੀ ਸਾਹਿਬ ਨੇ ਚਿੱਠੀ ਲਿਖੀ ਸੀ 8 ਦਸੰਬਰ 2022 ਨੂੰ ਕੇਂਦਰੀ ਮੰਤਰੀ ਸੰਬੰਧਿਤ ਮੰਤਰਾਲੇ ਨੂੰ, ਉਹਦੇ ਵਿੱਚ ਬਹੁਤ ਖਦਸ਼ੇ ਪ੍ਰਗਟਾਏ ਗਏ ਸੀ। ਉਹਦੇ ਅੰਦਰ ਖਾਸ ਕਰਕੇ ਗੱਲਾਂ ਕੀਤੀਆਂ ਗਈਆਂ ਸੀ ਰੂਟ ਸਾਡਾ ਬਹੁਤ ਲੰਬਾ ਹੋ ਜਾਏਗਾ, ਲੋਡਿੰਗ ਅਨਲੋਡਿੰਗ ਦੇ ਵਿੱਚ ਬਹੁਤ ਸਾਰਾ ਖਰਚ ਹੋ ਜਾਏਗਾ। ਇਸ ਤੋਂ ਇਲਾਵਾ ਜਿਹੜਾ ਪੋਰਟ ਤੋਂ ਬਾਅਦ ਇਸ ਵਾਲੇ ਪਾਸੇ ਨੂੰ ਲਿਆਉਣਾ ਔਰ ਜਿਹੜੀ ਉਹ ਪ੍ਰੋਸੈਸਿੰਗ 4 ਤੋਂ 5 ਦਿਨ ਦੀ ਹੈ, ਉਹ ਜਦੋਂ 20 ਤੋਂ 25 ਦਿਨ ਦੀ ਹੋ ਜਾਏਗੀ, ਬਹੁਤ ਜ਼ਿਆਦਾ ਪੈਸਾ ਜਿਹੜਾ ਹੈ ਉਹ ਸਾਨੂੰ ਕੋਲਾ ਲਿਆਉਣ ਤੇ ਹੀ ਲੱਗ ਜਾਵੇਗਾ। ਤੇ ਜਿਹੜੀ ਬਿਜਲੀ ਅਸੀਂ ਲੋਕਾਂ ਨੂੰ ਸਸਤੀ ਦੇ ਰਹੇ ਹਾਂ, ਉਹਦੇ ਵਿੱਚ ਸਾਨੂੰ ਇਹ ਮੁਸ਼ਕਲਾਤ ਆਵੇਗੀ। ਕੀ ਕੁਝ ਕਹਿਣਾ? ਨਵਜੋਤ ਜੀ, 2-3 ਪੁਆਇੰਟਸ ਨੇ। ਪਹਿਲਾਂ ਤਾਂ ਮੈਂ ਸਪਸ਼ਟ ਨਾ ਤਾਂ ਇਹ ਸਬਸਿਡੀ ਘਟੇਗੀ, ਨਾ ਹੀ ਜੋ ਵਾਅਦੇ ਕੀਤੇ ਗਏ ਨੇ ਉਹ ਤੋਂ ਕਿਤੇ ਮੁਨਕਰ ਹੋਵਾਂਗੇ। ਹੁਣ ਇਹ ਜਿਹੜਾ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ, ਬੜੀ ਇੱਕ ਲੌਜੀਕਲ ਗੱਲ ਹੈ ਕਿ ਦੇਖੋ ਆਪਣੇ ਦੇਸ਼ ਚੋਂ ਇੱਕ ਥਾਂ ਤੋਂ ਚੀਜ਼ ਨਿਕਲ ਰਹੀ ਹੈ, ਉਹਨੂੰ ਫਾਸਟੈਸਟ ਪੋਸੀਬਲ ਵੇ ਤੇ ਲੈ ਕੇ ਆਉਣਾ। ਪਹਿਲਾਂ ਤਾਂ ਇਹਨਾਂ ਮਾਈਨਸ ਬਾਰੇ ਕਿਸੇ ਨੇ ਧਿਆਨ ਨਹੀਂ ਦਿੱਤਾ ਇੰਨੇ ਸਾਲਾਂ ਤੋਂ। ਹੁਣ ਜਦੋਂ ਪੰਜਾਬ ਦੀ ਧਰੋਹਰ ਪਈ ਸੀ, ਉਹਨਾਂ ਨੂੰ ਰਿਵਾਈਵ ਕੀਤਾ ਗਿਆ, ਤਾਂ ਇੱਕ ਐਸਟੀਮੇਟ ਸੀਗਾ ਕਿ ਲਗਭਗ ਇਸ ਟਾਈਮ ਤੇ, ਕਿਉਂਕਿ ਕੋਲ ਦੀ ਖਪਤ ਘੱਟ ਹੈ, ਤਾਂ PSPCL ਨੂੰ 500 ਕਰੋੜ ਤੱਕ ਦੀ ਆਮਦਨ ਹੋ ਸਕਦੀ ਸੀ ਕੋਲ ਨੂੰ, ਬਿਕੋਜ਼ ਸਾਡੇ ਕੋਲ ਐਕਸਟਰਾ ਕੋਲ ਸੀਗਾ। ਅਨਫੋਰਚੂਨੇਟਲੀ ਹੋਇਆ ਕੀ ਹੈ ਕਿ ਪਾਰਲੀਮੈਂਟ 'ਚ ਸਾਰੀ ਆਪੋਜੀਸ਼ਨ ਡਿਮਾਂਡ ਕਰ ਰਹੀ ਹੈ ਕਿ ਅਦਾਨੀ ਦੀ JPC ਕੀਤੀ ਜਾਵੇ, ਪਰ ਪ੍ਰਧਾਨ ਮੰਤਰੀ ਜੀ ਬੋਲ ਚੁੱਕੇ ਨੇ, ਬੋਲ ਹੋਏ ਪਏ ਨੇ ਕਿ ਅਦਾਨੀ ਦੀ ਮਦਦ ਕੀਤੀ ਜਾਏਗੀ। ਅਦਾਨੀ ਦੀ ਮਦਦ ਇਸ ਤਰ੍ਹਾਂ ਕੀਤੀ ਜਾਏਗੀ ਕਿ ਅਦਾਨੀ ਦੇ ਜਿਹੜੇ ਸ਼ੇਅਰ ਘਟੇ, ਇੱਕਦਮ ਐਵੇਂ ਤਾਂ ਨਹੀਂ ਵੈਲਿਊ ਵੱਧ ਜਾਂਦੀ। ਲੋਕਾਂ ਨੂੰ ਪਤਾ ਹੁੰਦਾ ਇਸ ਬੰਦੇ ਦੀ ਮਦਦ ਕਰਨ ਲਈ ਕਿਸੇ ਵੀ ਹੱਦ ਤੱਕ ਜਾਏਗੀ। ਇਹ ਕਿੱਥੋਂ ਦਾ ਲੌਜਿਕ ਹੈ ਕਿ ਕੋਲਾ ਛੱਤੀਸਗੜ੍ਹ ਤੋਂ ਨਿਕਲੂਗਾ, ਉੱਥੋਂ ਉਹ ਉੜੀਸਾ ਜਾਂ ਬੰਗਾਲ ਦੇ ਪੋਰਟਸ ਤੇ ਜਾਊਗਾ, ਸਾਰੇ ਪੈਨਿਨਸੂਲਰ ਇੰਡੀਆ ਨੂੰ ਟੱਪ ਕੇ ਫਿਰ ਉਹ ਗੁਜਰਾਤ ਚ ਉਤਰੂਗਾ, ਐਂਡ ਸਾਰੇ ਪੋਰਟਸ ਅਦਾਨੀ ਕੋਲ ਨੇ। ਸੋ ਡਬਲ ਪੋਰਟ ਚਾਰजेस, ਡਬਲ ਫਰੇਟ ਚਾਰजेस, ਸ਼ਿਪਿੰਗ ਚਾਰजेस, ਸਾਰੇ ਉਹ ਪ੍ਰੋਫਿਟਸ ਅਦਾਨੀ ਨੂੰ ਮਿਲਣਗੇ। ਐਂਡ ਇਹ ਕੀਤਾ ਤਾਂ ਗਿਆ, ਸਾਨੂੰ ਸਾਡੀ ਇੱਕ ਖਦਸ਼ਾ ਇਹ ਹੈ ਕਿ ਤਾਂ ਕੀਤਾ ਗਿਆ ਕਿਉਂਕਿ ਜਿਸ ਤਰ੍ਹਾਂ ਅਦਾਨੀ ਦੀ ਸ਼ਾਰਟ ਸੈਲਿੰਗ ਕੀਤੀ ਹੈ ਹਿੰਡਨਬਰਗ ਦੀ ਰਿਪੋਰਟ ਨੇ, ਤੇ ਉਹਦੇ ਜਿਹੜੇ ਹਿਸਾਬ ਕਿਤਾਬ ਨੇ ਉਹ ਹੋਣੇ ਆ ਐਂਡ ਆਫ ਦ ਈਅਰ ਤੇ ਐਂਡ ਆਫ ਦ ਮੰਥ, ਐਂਡ ਆਫ ਦ ਮੰਥ ਤੋਂ ਪਹਿਲਾਂ ਇਹ ਲੋਕਾਂ ਨੂੰ ਦਿਖਾਉਣ ਲਈ ਕਿ ਅਦਾਨੀ ਗਰੁੱਪ ਨੂੰ ਰੂਲਿੰਗ BJP ਸਪੋਰਟ ਕਰ ਰਹੀ ਹੈ, ਇਹੋ ਜਿਹੇ ਤੁਗਲਕੀ ਫਰਮਾਨ ਜਾਰੀ ਕੀਤੇ ਜਾਂਦੇ ਆ। ਐਂਡ ਅਸੀਂ ਰਿਫਿਊਜ਼ ਟੂ ਐਕਸੈਪਟ them। ਹਾਂ, ਇਹ ਕਿਹਾ ਜਾਏਗਾ ਕਿ ਕੁਝ ਪਰਸੈਂਟੇਜ ਹੈ, ਪਰ ਇਹ ਮੁੱਦਾ ਦੁਬਾਰਾ ਤਾਂ ਉੱਠਿਆ ਕਿਉਂਕਿ ਸੈਂਟਰਲ ਕੇਂਦਰੀ ਮੰਤਰਾਲੇ ਨੇ ਦੁਬਾਰਾ ਐਂਟਰ ਦਿੱਤਾ ਕਿ ਇੰਨੇ % ਤੁਹਾਨੂੰ ਕਿਹਾ ਸੀ, ਤੁਸੀਂ ਕਿਉਂ ਨਹੀਂ ਚੱਕਿਆ। ਐਂਡ ਅਸੀਂ ਇਹ ਕਹਿ ਰਹੇ ਹਾਂ ਕਿ ਸਾਡੀ ਡਿਊਟੀ ਹੈ ਕਿ ਪੰਜਾਬ ਦੇ ਲੋਕਾਂ ਦਾ ਪੈਸਾ ਜਿੰਨੀ ਬਚਤ ਹੋ ਜਾਵੇ ਉਨੀ ਬਚਤ ਕਰੀਏ। ਇਸ ਕਰਕੇ ਅਸੀਂ ਇਸ ਚੀਜ਼ ਨੂੰ ਅਪੋਜ਼ ਕਰਦੇ ਹਾਂ। ਐਂਡ ਮੈਂ ਉਮੀਦ ਕਰਦਾ ਸੀਗਾ ਕਿ ਪੰਜਾਬ BJP ਇਹਦੇ 'ਚ ਪੰਜਾਬ ਦੇ ਲੋਕਾਂ ਨਾਲ ਖੜੀ ਨਜ਼ਰ ਆਏਗੀ, ਬਟ ਬੜੀ ਬਦਕਿਸਮਤੀ ਨਾਲ ਮੈਂ ਇੱਥੇ ਤਾਰੀਫ ਕਰਦਾ, ਬੜੇ ਸਤਿਕਾਰਯੋਗ ਨੇ ਲੱਦੜ ਸਾਹਿਬ ਨੇ ਬੜਾ ਸਪਸ਼ਟ ਸਟੈਂਡ ਲਿਆ ਸੀਗਾ, ਬਟ ਅਨਫੋਰਚੂਨੇਟਲੀ ਪਿਛਲੇ 2 ਦਿਨ ਤੋਂ ਪੰਜਾਬ BJP ਤੋਂ ਇੱਕ ਇਹੋ ਜਿਹੀ ਸਟੇਟਮੈਂਟ ਨਹੀਂ ਆਈ ਜਿੱਥੋਂ ਇਹ ਪਤਾ ਲੱਗੇ ਕਿ ਉਹ ਇਹਨੂੰ ਅਪੋਜ਼ ਕਰਦੇ, ਕਿਉਂਕਿ ਹੋਰ ਜਿੱਥੇ BJP ਦੀਆਂ ਸਰਕਾਰਾਂ ਨੇ ਉਹਨਾਂ ਨੇ ਚੁੱਪਚਾਪ ਇਹ ਫਰਮਾਨ ਮੰਨ ਲੈਣਾ। ਤੇ ਤੁਸੀਂ ਦੇਖੋਗੇ ਕਿੰਨਾ ਦੇਸ਼ ਦਾ ਪੈਸਾ ਸਿਰਫ ਇੱਕ ਬਿਜ਼ਨਸਮੈਨ ਨੂੰ ਹੈਲਪ ਕਰਨ ਲਈ ਕਿਸ ਤਰ੍ਹਾਂ ਬਰਬਾਦ ਕੀਤਾ ਜਾ ਰਿਹਾ, ਤੇ ਇਹ ਇੱਕ ਐਗਜ਼ਾਮਪਲ ਹੈ ਕਿ ਮੋਦੀ ਹੈ ਤਾਂ ਮੁਮਕਿਨ ਹੈ, ਤੇ ਅਸੀਂ ਇਹੋ ਜਿਹੇ ਤੁਗਲਕੀ ਫਰਮਾਨ ਨੂੰ ਮੰਨਣ ਤੋਂ ਸ਼ਰੇਆਮ ਇਨਕਾਰ ਕਰਦੇ ਹਾਂ। ਠੀਕ ਹੈ ਲੱਦੜ ਸਾਹਿਬ, ਆਖਰ ਜਿਹੜਾ ਇਹ ਤੁਗਲਕੀ ਫਰਮਾਨ ਨਾਮ ਦਿੱਤਾ ਗਿਆ ਹੈ ਗਰੇਵਾਲ ਸਾਹਿਬ ਦੇ ਵੱਲੋਂ, ਅਜਿਹਾ ਕਿਉਂ ਕੀਤਾ ਜਾ ਰਿਹਾ ਹੈ? ਔਰ ਜਿਹੜੀ ਗੱਲ ਇਹਨਾਂ ਨੇ ਸਪਸ਼ਟ ਤੌਰ ਦੇ ਉੱਤੇ ਕਹੀ ਹੈ ਕਿ ਅਦਾਨੀ ਨੂੰ ਸਪੋਰਟ ਕੀਤੀ ਜਾਵੇਗੀ, ਇਹ ਗੱਲ ਕਹਿ ਚੁੱਕੇ ਆ ਪ੍ਰਧਾਨ ਮੰਤਰੀ ਸਾਹਿਬ, ਮਤਲਬ ਇਹ ਗੱਲ ਫਿਰ ਇੱਥੋਂ ਸਪਸ਼ਟ ਹੋ ਗਈ ਹੈ ਵੀ ਅਸੀਂ ਕੁਝ ਘਰਾਂ ਨੂੰ ਹੀ ਫਾਇਦਾ ਦੇਣਾ, ਵੀ ਬਾਕੀ ਲੋਕਾਂ ਦਾ ਕਚੁੰਬਰ ਹੀ ਕੱਢ ਕੇ ਰੱਖਣਾ। ਨਵਜੋਤ ਜੀ, ਸਭ ਤੋਂ ਪਹਿਲਾਂ ਤਾਂ ਬਹੁਤ ਹੀ ਮੈਂ ਇਹਨਾਂ ਦਾ, ਮੈਂ ਪਹਿਲਾਂ ਵੀ ਕਿਹਾ ਹੈਗਾ, ਦੁਬਾਰਾ ਕਹਿ ਰਿਹਾ ਹੈਗਾ ਰਿਪੀਟ ਕਰਨ ਦੇ ਵਾਸਤੇ ਕਿ ਗਰੇਵਾਲ ਜੀ ਬਹੁਤ ਹੀ ਸਤਿਕਾਰਯੋਗ ਹੈ। ਆਪਣਾ ਪਾਰਟੀ ਦਾ ਪੱਖ ਰੱਖਣਾ ਇੱਕ ਅਲੱਗ ਫੈਕਟਰ ਹੈ, ਲੇਕਿਨ ਤੱਥਾਂ ਨੂੰ ਤੋੜਨਾ ਮਰੋੜਨਾ ਅਲੱਗ ਗੱਲ ਹੈਗੀ ਹੈ। ਦੇਖੋ, ਜਿਹੜੀ ਚਿੱਠੀ ਹੈਗੀ ਆ ਆਪਣਾ 30 ਨਵੰਬਰ ਦੀ, ਉਹ ਮੈਂ ਇੰਟਰਨੈਟ ਤੇ ਕੱਢ ਲਈ ਆ, ਪੜ੍ਹ ਲਈ ਹੈ। ਇਹਦੇ ਤੇ ਕਿਤੇ ਵੀ ਨਹੀਂ ਲਿਖਿਆ, ਪਹਿਲੀ ਗੱਲ ਤਾਂ ਇਹ ਹੈਗੀ ਆ ਕਿ ਬਈ ਆਪਣਾ ਜਿਹੜੇ ਸਟੇਟਸ ਹੈਗੇ ਆ ਉਹਨਾਂ ਸੈਕਟਰੀਆਂ ਦੇ ਨਾਲ ਔਰ ਜਿਹੜਾ ਪਾਵਰ ਡਿਪਾਰਟਮੈਂਟ ਦੇ ਸੈਕਟਰੀਜ਼ ਹੈ ਉਹਨਾਂ ਦੇ ਨਾਲ ਮੀਟਿੰਗ ਕਰਕੇ ਫੈਸਲਾ ਲਿਆ ਗਿਆ ਕਿ 15 ਤੋਂ 20% ਕੋਇਲਾ ਜਿਹੜਾ ਆ ਉਹ ਆਪਣਾ ਇਸ ਰੂਟ ਤੇ ਰਾਹੀਂ ਆਏਗਾ। ਉਹ ਕਿਉਂ ਆਏਗਾ ਇਹਦੀ ਵਜ੍ਹਾ ਵੀ ਦੱਸ ਦੇਣਾ ਮੈਂ। ਪਿਛਲੇ ਸਾਲ ਗਰੇਵਾਲ ਜੀ ਮੈਨੂੰ ਕਰੈਕਟ ਕਰ ਸਕਦੇ ਆ, ਪੰਜਾਬ ਨੇ ਇੰਪੋਰਟਡ ਕੋਲ 350 ਕਰੋੜ ਰੁਪਏ ਦਾ ਮੰਗਾਇਆ। ਉਹ ਕੋਲ ਬਾਹਰਲਾ ਜਿਹੜਾ ਕੋਇਲਾ ਇੱਕ ਤਾਂ ਮਹਿੰਗਾ ਆ,
ਦੂਸਰਾ ਆਪਣਾ ਉਹ ਪੋਲੂਸ਼ਨ ਜ਼ਿਆਦਾ ਕਰਦਾ ਹੈਗਾ ਆ। ਭਾਰਤ ਸਰਕਾਰ ਨੇ ਜਿਹੜੇ ਜਿੱਥੇ ਥਰਮਲ ਪਲਾਂਟ ਲੱਗੇ ਹੋਏ ਆ ਉਹਨਾਂ ਸਟੇਟਾਂ ਨੂੰ ਬੁਲਾਇਆ ਕਿ ਜੇ ਤੁਸੀਂ ਇੱਥੋਂ ਕੋਲ ਆਪਣਾ ਵਾਇਆ ਸ਼ਿਪਿੰਗ ਲੈ ਕੇ ਜਾਓ ਤਾਂ ਤੁਹਾਡਾ ਜਿਹੜਾ ਇਹ ਪੈਸਾ ਵੀ ਬਚੇਗਾ ਤੇ ਤੁਹਾਡਾ ਪੋਲੂਸ਼ਨ ਵੀ ਨਹੀਂ ਹੋਏਗਾ। ਇਹ ਇੱਕ ਰਿਕੁਐਸਟ ਦੇ ਤੌਰ ਤੇ ਉਹਨਾਂ ਦੀ ਚਿੱਠੀ ਹੈ। ਇਹਨੂੰ ਮੰਨਣਾ ਜਾਂ ਨਾ ਮੰਨਣਾ ਇਹ ਸਟੇਟ ਦੀ ਮਰਜ਼ੀ ਆ, ਨੰਬਰ 1। ਨੰਬਰ 2 ਦੇ ਉੱਤੇ ਜਿਹੜਾ ਆਪਾਂ ਇਹਨੂੰ ਅਡਾਨੀ ਦੇ ਨਾਲ ਜੋੜ ਕੇ ਦੇਖ ਰਹੇ ਆ ਕਿ ਜੇ ਉਹਨਾਂ ਦੀਆਂ ਪੋਰਟਸ ਨੂੰ ਫਾਇਦਾ ਦੇਣ ਦੇ ਵਾਸਤੇ ਇਹ ਤੁਗਲਕੀ ਫਰਮਾਨ ਜਾਰੀ ਕੀਤਾ ਗਿਆ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ। ਆਪਣਾ ਪੰਜਾਬ ਸਰਕਾਰ ਨੂੰ ਮੈਂ ਪਹਿਲਾਂ ਵੀ ਕਿਹਾ, ਮੈਂ ਅੱਜ ਫਿਰ ਦੁਹਰਾ ਰਿਹਾ ਕਿ ਤੁਸੀਂ ਲਿਆਣਾ ਲਿਆਓ, ਨਹੀਂ ਲਿਆਣਾ ਨਾ ਲਿਆਓ। ਤੁਸੀਂ ਆਪਣਾ 350 ਕਰੋੜ 500 ਕਰੋੜ ਰੁਪਇਆ ਪੰਜਾਬ ਦਾ ਬਰਬਾਦ ਕਰਨਾ ਉਹ ਵੀ ਤੁਸੀਂ ਤੁਹਾਡੀ ਮਰਜ਼ੀ ਹੈ, ਕਿਉਂਕਿ ਮੈਂਡੇਟ ਤੁਹਾਡੇ ਕੋਲ ਹੈ। ਬਾਹਰਲੇ ਕੰਟਰੀ ਚੋਂ ਜੇ ਲਿਆ ਸਕਦੇ ਤਾਂ ਆਪਣੇ ਕੰਟਰੀ ਚੋਂ ਤੁਸੀਂ ਨਹੀਂ ਲਿਆਣਾ ਚਾਹੁੰਦੇ ਨਾ ਲਿਆਓ। ਲੇਕਿਨ ਪਬਲਿਕ ਨੂੰ ਲੋਕਾਂ ਨੂੰ ਜਵਾਬ ਦੇ ਤਾਂ ਸਰਕਾਰ ਹੈ। ਜੇ ਅਸੀਂ ਆਪਣਾ ਪੋਰਟਸ ਦੇ ਰਾਹੀਂ ਲਿਆ ਕੇ ਪੰਜਾਬ ਦੇ ਵਿੱਚ ਸਸਤਾ ਕੋਲਾ ਦੇ ਸਕਦੇ ਹਾਂ, ਮੈਂ ਨਹੀਂ ਕਹਿੰਦਾ ਕਿ ਲੈ ਕੇ ਆਓ ਸ਼ਿਪਿੰਗ ਦੇ ਰਾਹੀਂ, ਲੇਕਿਨ ਇਹ ਆਪਣਾ ਰੇੜੇ ਤੇ ਲੈ ਕੇ ਆਣ, ਇਹ ਟਰੱਕ 'ਚ ਲੈ ਕੇ ਆਣ, ਇਹ ਰੇਲ ਰੂਟ ਰਾਹੀਂ ਲੈ ਕੇ ਆਣ, ਇਹ ਹਵਾਈ ਜਹਾਜ਼ ਰਾਹੀਂ ਲੈ ਕੇ ਆਣ, ਇਹਨਾਂ ਦੀ ਮਰਜ਼ੀ ਹੈ। ਮੈਂ ਕੱਲ ਵੀ ਕਹਿ ਰਿਹਾ ਸੀਗਾ, ਮੈਂ ਅੱਜ ਵੀ ਕਹਿ ਰਿਹਾ, ਕੋਈ ਵੀ ਇਹਨਾਂ ਨੂੰ ਫੋਰਸ ਨਹੀਂ ਕਰੇਗਾ। ਮੈਂ ਜ਼ਿੰਮੇਵਾਰੀ ਨਾਲ ਕਹਿ ਰਿਹਾ। ਇਸ ਕਰਕੇ ਆਪਣਾ ਬੇਫਿਕਰ ਹੋ ਜਾਓ। ਤੁਹਾਡੇ ਰਾਹੀਂ ਮੈਂ ਪੰਜਾਬ ਦੀ ਜਨਤਾ ਨੂੰ ਵੀ ਦੱਸਣਾ ਚਾਹੁੰਦਾ ਆ ਕਿ ਪੰਜਾਬ ਦਾ ਇੱਕ ਵੀ ਨਵਾਂ ਪੈਸਾ ਵੀ ਵੇਸਟ ਨਹੀਂ ਹੋਣ ਦੇਵਾਂਗੇ। ਨਹੀਂ ਲੱਦੜ ਸਾਹਿਬ, ਜਿਵੇਂ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਸਾਰੀ ਵਾਲੀ ਗੱਲ ਦੱਸਦੀ ਠੀਕ ਹੈ, ਪਰ ਜਿਹੜੇ ਇਹਦੇ ਵਿੱਚ ਅਹਿਮ ਗੱਲ ਤੁਸੀਂ ਕਹਿ ਰਹੇ ਹੋ ਕਿ ਫੋਰਸ ਨਹੀਂ ਕੀਤਾ ਜਾਏਗਾ, ਜਿਹੜੀ ਉਹ ਚਿੱਠੀ ਮੰਤਰਾਲੇ ਚੋਂ ਆਈ ਹੈ, ਕੇਂਦਰੀ ਵਿਭਾਗ ਚੋਂ ਆਈ ਹੈ, ਉਹਦਾ ਮਤਲਬ ਕੀ ਹੈ ਕਿ ਇਨੀਸ਼ੀਅਲ ਸਟੇਜ ਤੇ 15 ਤੋਂ 20% ਹੀ ਕੋਲਾ ਲਿਆਉਣਾ, ਉਹ ਜ਼ਰੂਰੀ ਨਹੀਂ ਹੈਗਾ? ਨਹੀਂ, ਅੱਜ ਜਿਹੜਾ ਆਪਣਾ ਨਵਜੋਤ ਜੀ ਲੀਨ ਸੀਜ਼ਨ ਹੈ, ਅੱਜ ਜਿਹੜਾ ਬਿਜਲੀ ਦਾ ਜਿਹੜਾ ਆਪਣਾ ਲੋਡ ਹੈਗਾ ਆ ਉਹ ਮਿਨੀਮਮ ਹੈ। ਨਾ ਤੇ ਆਪਾਂ ਨੂੰ ਸਰਦੀ ਵਾਸਤੇ ਸਾਨੂੰ ਚਾਹੀਦਾ ਆਪਣਾ ਕੋਈ ਬਿਜਲੀ ਦੀ ਲੋੜ ਹੈ, ਨਾ ਸਾਨੂੰ ਗਰਮੀਆਂ ਲਈ ਏਸੀ ਚੱਲਣੇ ਆ। ਅੱਜ ਦਾ ਜਿਹੜਾ ਸੀਜ਼ਨ ਹੈ 2-3 ਮਹੀਨੇ ਦਾ, ਅਪ੍ਰੈਲ ਤੱਕ, ਇਹ ਲੀਨ ਸੀਜ਼ਨ ਹੈ। ਉਹਨਾਂ ਨੇ ਇਹ ਚਿੱਠੀ 'ਚ ਲਿਖਿਆ ਹੈਗਾ, ਮੈਂ ਪੜ੍ਹ ਲਈ ਹੈ ਕਿ 15 ਤੋਂ 20% 1 ਤੋਂ 2 ਰੇਟ ਡੇਲੀ ਵਾਇਆ RSR ਰੇਲ ਸ਼ਿਪ ਰੇਲ ਰੂਟ ਰਾਹੀਂ ਤੁਸੀਂ ਲਿਜਾ ਸਕਦੇ ਹੋ। ਇਟ ਇਜ਼ ਰਿਕੁਐਸਟਡ ਕਿ ਇਹਨੂੰ ਲੈ ਲਓ ਤਾਂ ਕਿ ਸਟੇਟਸ ਦੇ ਉੱਪਰ ਲੋਡ ਨਾ ਪਵੇ, ਫਰਦਰ ਪੈਸੇ ਦਾ ਬਾਹਰਲੇ ਮੁਲਕਾਂ ਤੋਂ ਲੈ ਕੇ ਆਓਗੇ ਤੁਹਾਨੂੰ ਦਿੱਕਤ ਆਏਗੀ, ਪੈਸਾ ਵੀ ਜ਼ਿਆਦਾ ਲੱਗੇਗਾ ਤੇ ਨਾਲ ਤੁਹਾਨੂੰ ਪੋਲੂਸ਼ਨ ਵੀ ਸਹਿਣਾ ਪਏਗਾ ਪੂਰੇ ਦੇਸ਼ ਨੂੰ। ਸੋ ਜੇ ਆਪਾਂ ਕਹੀਏ ਕਿ ਆਪਾਂ ਮੈਂ ਕਹਿਣਾ ਨਹੀਂ ਚਾਹੁੰਦਾ, ਉਹ ਕੰਨ ਮਰੋੜਨ ਵਾਲੀ ਕਹਾਵਤ ਯਾਦ ਆ ਰਹੀ ਹੈ, ਨਹੀਂ ਲਿਆਣਾ, ਨੋਬੋਡੀ ਵੁੱਡ ਫੋਰਸ। ਮੈਂ ਤੁਹਾਨੂੰ ਜ਼ਿੰਮੇਵਾਰੀ ਨਾਲ ਕਹਿ ਰਿਹਾ ਨਾ, ਪੰਜਾਬ ਦੀ ਜਿਹੜੀ ਬੀਜੇਪੀ ਯੂਨਿਟ ਹੈ ਤੁਹਾਡੇ ਨਾਲ ਹੈ, ਅਸੀਂ ਬਿਲਕੁਲ ਨਹੀਂ ਕਿਸੇ ਨੂੰ ਫੋਰਸ ਕਰਾਂਗੇ। ਸੈਂਟਰ ਗਵਰਨਮੈਂਟ ਬਿਲਕੁਲ ਨਹੀਂ ਫੋਰਸ ਕਰੇਗੀ, ਤੁਹਾਡਾ ਜਿੱਦਾਂ ਜੀ ਕਰਦਾ ਲੈ ਕੇ ਆਓ, ਕੋਈ ਦਿੱਕਤ ਨਹੀਂ ਹੈ। ਠੀਕ ਹੈ, ਮੈਂ ਇੱਕ ਵਾਰੀ ਗਰੇਵਾਲ ਸਾਹਿਬ ਨੂੰ ਪੁੱਛਣਾ। ਗਰੇਵਾਲ ਸਾਹਿਬ, ਇਹਦਾ ਮਤਲਬ ਤਾਂ ਇਹ ਹੈ ਵੀ ਚਰਚਾ ਹੀ ਖਤਮ ਹੋ ਗਈ, ਇਹ ਤਾਂ ਗੱਲ ਹੀ ਖਤਮ ਹੋ ਗਈ। ਇਹਦਾ ਮਤਲਬ ਤਾਂ ਫਿਰ ਆਪਾਂ ਸਮਾਂ ਨਾ ਜ਼ਾਇਆ ਕਰੀਏ। ਇਹ ਕਹਿੰਦੇ ਕੋਈ ਫੋਰਸ ਤਾਂ ਕੀਤਾ ਹੀ ਨਹੀਂ ਗਿਆ ਹੈਗਾ, ਫਿਰ ਤਾਂ ਗੱਲ ਹੀ ਖਤਮ ਹੋ ਗਈ। ਠੀਕ ਹੈ, ਫਿਰ ਤਾਂ ਸਿੱਧਾ ਰੇਲ ਰਾਹੀਂ ਆਊਗਾ, ਲਿਆਓ। ਠੀਕ ਹੈ, ਜਿਵੇਂ ਕੰਮ ਚੱਲ ਰਿਹਾ ਨਵਜੋਤ ਜੀ, ਨਵਜੋਤ ਜੀ ਬਸ ਮੈਂ ਅੱਧਾ ਮਿੰਟ ਲਵਾਂਗਾ ਜੀ। ਇਹ ਮੈਂ ਲਾਸਟ ਲਾਈਨ ਪੜ੍ਹਨਾ। Accordingly, PSPCL is requested to take necessary action to start lifting domestic coal using RSR mode with at least 1 to 2 rakes per day from January 2023 onwards. The proposed action plan shall be shared with the Ministry of by 10th of December. देखो ये इस करके इन्होंने लिखा हैगा क्योंकि अपना डिपार्टमेंट पंजाब ਦਾ ਪਾਰਟਿਸਪੈਂਟ ਸੀਗਾ ਜਿਹੜੀ ਮੀਟਿੰਗ ਮਿਨਿਸਟਰੀ ਆਫ ਪਾਵਰ ਨੇ ਦਿੱਲੀ ਲਈ ਸੀਗੀ। ਜੇ ਇਹਨਾਂ ਨੂੰ ਉੱਥੇ ਇਤਰਾਜ਼ ਸੀਗਾ ਤਾਂ ਮਨਾ ਕਿਉਂ ਨਹੀਂ ਕਰਕੇ ਆਏ? ਨਵੰਬਰ ਵਿੱਚ ਤਾਂ ਇਹਨਾਂ ਦੀ ਸਰਕਾਰ ਸੀ, ਇਹ ਚਿੱਠੀ ਨਹੀਂ ਸੀ ਜਾਰੀ ਹੋਣੀ ਇਹਨਾਂ ਨੂੰ। ਜੇ ਅੱਜ ਚਿੱਠੀ ਜਾਰੀ ਹੋ ਗਈ ਆ, ਮੈਂ ਫਿਰ ਰਿਕੁਐਸਟ ਕਰਦਾ ਕਿ ਚਿੱਠੀ ਇਜ਼ ਅ ਰਿਕੁਐਸਟ, ਇਹ ਕੋਈ ਬੰਬ ਨਹੀਂ ਹੈਗਾ ਕਿ ਤਬਾਹ ਹੋ ਜਾਓਗੇ। ਨੋ, ਨਾਟ ਐਟ ਆਲ, ਨਹੀਂ ਲੈਣਾ ਨਾ ਲਿਆਓ। ਹਾਂਜੀ ਗਰੇਵਾਲ ਸਾਹਿਬ ਜੀ, ਹੁਣ ਮੈਂ ਥੋੜੇ ਜਿਹੇ ਤੱਥ ਦੇ ਦਾਂ। ਪੰਜਾਬ ਨੇ ਜਿਹੜਾ ਪਿਛਲੀ ਵਾਰੀ ਇੰਪੋਰਟ ਕੀਤਾ ਸੀ ਕੋਲ, ਉਦੋਂ ਸਾਨੂੰ ਜਦੋਂ ਲੋੜ ਸੀ ਉਦੋਂ ਕੀਤਾ ਸੀ। ਇਹ ਜਿਹੜਾ ਕੋਲ ਲਿਆਉਣ ਦੀ ਗੱਲ ਹੋ ਰਹੀ, ਮੈਂ ਬੜਾ ਕਲੀਅਰ ਕਰਦਾ, ਇਹ ਜਿਹੜੀ ਪੰਜਾਬ ਦੀ ਖਾਨ ਹੈ,
ਜਿਹੜੀ 15 ਸਾਲ ਤੋਂ ਬੰਦ ਪਈ ਸੀ, ਜਿਹੜੀ ਪੰਜਾਬ ਦੇ ਲੋਕਾਂ ਦੇ ਪੈਸੇ ਆ ਉਹ ਚੋਂ ਕੋਲਾ ਨਿਕਲਣਾ, ਪਹਿਲੀ ਗੱਲ। ਦੂਜੀ ਗੱਲ, ਇੰਪੋਰਟਡ ਕੋਲ ਜਿਹੜਾ ਬਿਲਕੁਲ ਉਹਦੇ 'ਚ ਪੋਟੈਂਸੀ ਘੱਟ ਹੁੰਦੀ ਹੈ ਤੇ ਜਦੋਂ ਬਿਜਲੀ ਬਣਦੀ ਹੈ ਉਹਦੇ 'ਚੋਂ ਪੋਲਿਊਸ਼ਨ ਜ਼ਿਆਦਾ ਹੁੰਦੀ ਹੈ। ਬਿਲਕੁਲ ਸਹੀ ਕਿਹਾ ਲੱਦੜ ਸਾਹਿਬ ਨੇ, ਪਰ ਗੱਲ ਇਹ ਹੈ, ਮੈਨੂੰ ਜਿਹੜਾ ਲੌਜਿਕ ਨਹੀਂ ਸਮਝ ਆ ਰਿਹਾ ਕਿ ਜਦੋਂ ਪੰਜਾਬ ਕੋਲ ਸਰਪਲਸ ਕੋਲ ਆ ਗਿਆ, ਅਸੀਂ ਆਪਣੀ ਬੰਦ ਪਈ ਖਾਨ 15 ਸਾਲਾਂ ਦੀ ਚਲਾ ਲਈ, ਸਾਡੇ ਕੋਲ ਇਸ ਟਾਈਮ ਤੇ ਗੁੱਡ ਕੁਆਲਿਟੀ ਹਾਈ ਗ੍ਰੇਡ ਕੋਲ ਹੈਗਾ, ਉਹ ਕੋਲ ਅਸੀਂ ਅੱਜ ਸਾਡੇ ਨਹੀਂ ਇਸਤੇਮਾਲ ਹੋ ਰਿਹਾ, ਅਸੀਂ ਸਟੋਰ ਕਰੀਏ, ਅਸੀਂ ਵੇਚੀਏ, ਪੰਜਾਬ ਦੇ ਲੋਕਾਂ ਲਈ ਅਸੀਂ ਐਸੈਟ ਜੋੜੀਏ, ਪੈਸਾ ਜੋੜੀਏ। ਮੈਨੂੰ ਇਸ ਗੱਲ ਦਾ ਲੌਜਿਕ ਸਮਝਾਣ ਕਿ ਇਹ ਕੀ ਲੌਜਿਕ ਹੈ ਕਿ ਪਹਿਲਾਂ ਛੱਤੀਸਗੜ੍ਹ ਤੋਂ ਉਹ ਇੱਕ ਪੋਰਟ ਤੇ ਜਾਊਗਾ, ਫਿਰ ਸਾਰੇ ਦੇਸ਼ ਦਾ ਚੱਕਰ ਕੱਢ ਕੇ ਦੂਜੇ ਪੋਰਟ ਤੇ ਆਊਗਾ, ਫਿਰ ਦੁਬਾਰਾ ਟ੍ਰੇਨ ਤੇ ਲੱਦ ਕੇ, ਤੁਸੀਂ ਇਹ ਦੇਖੋ ਕਿ ਜਾਣਾ ਥਾ ਜਾਪਾਨ, ਪਹੁੰਚ ਗਏ ਚੀਨ, ਤੁਸੀਂ ਪਹਿਲਾਂ ਈਸਟ ਵੱਲ ਨੂੰ ਜਾਓਗੇ, ਫਿਰ ਸਾਊਥ ਜਾਓਗੇ, ਫਿਰ ਤੁਸੀਂ ਨਾਰਥ, ਫਿਰ ਵੈਸਟ ਇੰਡੀਆ ਤੋਂ ਫਿਰ ਤੁਸੀਂ ਨਾਰਥ ਇੰਡੀਆ ਆਓਗੇ, ਜਿੱਥਾਂ ਕਿ ਸਿੱਧੀ ਤੁਹਾਡੀ ਟ੍ਰੇਨ ਆ ਸਕਦੀ ਹੈ, ਪਹਿਲੀ ਗੱਲ। ਦੂਜੀ ਗੱਲ, ਜਦੋਂ ਅਸੀਂ ਕਹਿ ਰਹੇ ਹਾਂ ਕਿ ਲੈਸ ਪੋਲਿਊਟਿੰਗ ਕੋਲ ਹੈ, ਇਸ ਕੋਲ ਨਾਲ ਸਾਡੇ ਕੋਲ ਵੀ ਫਾਇਦਾ ਹੋ ਸਕਦਾ ਹੈ, ਅਸੀਂ ਆਪਣੀ ਪੀਕ ਡਿਮਾਂਡ ਤੇ ਜਿੰਨਾ ਚਾਹੀਦਾ ਹੋਊਗਾ ਅਸੀਂ ਸਟੋਰ ਵੀ ਕਰ ਲਾਂਗੇ, ਸਾਡੇ ਕੋਲ ਜਿਹੜਾ ਸਰਪਲਸ ਆਊਗਾ ਉਹਦੇ ਨਾਲ ਆਮਦਨ ਵੀ ਵਧੂਗੀ। ਗੱਲ ਅਸਲੀ ਨਵਜੋਤ ਜੀ ਇਹ ਹੈ, ਬਿਲਕੁਲ ਸਹੀ ਕਿਹਾ ਲੱਦੜ ਸਾਹਿਬ ਨੇ, ਉਦੋਂ ਇਹ ਰਿਕੁਐਸਟ ਸੀਗੀ, ਪਰ ਇਹ ਜਿਵੇਂ ਮੈਂ ਕਹਿਣਾ ਹੈ ਕਿ ਖਰਗੋਸ਼ ਦੀ ਟੋਪੀ ਚੋਂ ਕੱਢਿਆ ਇਹ, ਕਿਉਂਕਿ ਜਨਵਰੀ ਦੇ ਮਹੀਨੇ 'ਚ ਪੰਜਾਬ ਸਰਕਾਰ ਨੇ ਨਹੀਂ ਮੰਗਾਇਆ ਉਹ, ਇਸ ਕਰਕੇ ਦੁਬਾਰਾ ਕੋਲ ਮਿਨਿਸਟਰੀ ਨੇ ਰਿਮਾਈਂਡਰ ਭੇਜਿਆ ਕਿ ਤੁਸੀਂ ਕਿਉਂ ਨਹੀਂ ਕਰਦੇ। ਐਂਡ ਇਹ ਰਿਮਾਈਂਡਰ ਤਾਂ ਭੇਜਿਆ ਜਾ ਰਿਹਾ ਕਿਉਂਕਿ ਜਿਹੜਾ ਇਹ ਮਾਡਲ ਹੈ ਜਿਹਦੇ ਵਿੱਚ ਇਲੈਕਟ੍ਰਿਸਿਟੀ ਸਬਸਿਡੀ ਦਿੱਤੀ ਗਈ ਹੈ, ਗਰੀਬ ਤੋਂ ਗਰੀਬ ਤਬਕੇ ਨੂੰ ਫਾਇਦਾ ਦਿੱਤਾ ਗਿਆ, ਬੜੀ ਅਨਫੋਰਚੂਨੇਟਲੀ ਬੀਜੇਪੀ ਸਰਕਾਰ ਜਿਹੜੀ ਹੈ ਉਹ 1% ਨੂੰ, ਕੁਝ ਪਰਿਵਾਰਾਂ ਦੀ ਮਦਦ ਕਰਨ ਲਈ ਬਾਕੀ ਦੇ ਲੋਕਾਂ ਦਾ ਗਲ ਘੁੱਟਣ ਤੋਂ ਬਿਲਕੁਲ ਵੀ ਸੰਕੋਚ ਨਹੀਂ ਕਰਦੀ। ਜਿਹੜੇ ਝੋਲਾ ਲੈ ਕੇ ਚੱਲਣ ਵਾਲੇ ਲੋਕ ਸੀਗੇ, ਅੱਜ ਉਹਨਾਂ ਦੇ ਬੈਸਟ ਫਰੈਂਡ ਜਿਹੜੇ ਆ ਉਹਨਾਂ ਦੀ ਵੈਲਿਊ $90 ਬਿਲੀਅਨ ਗਿਰ ਜਾਂਦੀ ਹੈ, ਉਹਨਾਂ ਤੇ ਕੋਈ ਇਨਕੁਆਇਰੀ ਨਹੀਂ ਹੁੰਦੀ। ਉਹਦੇ ਵਿਪਰੀਤ ਉਹਨਾਂ ਦੀ ਸਪੋਰਟ ਕਰਨ ਨੂੰ ਇਹ ਜਿਹੇ ਫਰਮਾਨ ਸੁਣਾਏ ਜਾਂਦੇ ਆ। ਗਰੇਵਾਲ ਸਾਹਿਬ, ਲੱਦੜ ਸਾਹਿਬ ਕਹਿੰਦੇ ਆ ਕਿ ਅੱਜ ਤੱਕ ਕਹਿੰਦੇ ਆ ਵੀ ਠੀਕ ਹੈ, ਜੇ ਤੁਹਾਨੂੰ ਉਹ ਸੂਟ ਨਹੀਂ ਕਰਦਾ ਤੁਸੀਂ ਜਿਵੇਂ ਚੱਲ ਰਹੇ ਉਵੇਂ ਕਰ ਦਿਓ, ਉਹਦੇ ਵਿੱਚ ਕਿਹੜਾ ਕੋਈ ਫੋਰਸ ਕੀਤਾ ਗਿਆ, ਕੋਈ ਮੈਂਡੇਟਰੀ ਤਾਂ ਨਹੀਂ ਕੀਤਾ ਗਿਆ? ਨਵਜੋਤ ਜੀ, ਪਤਾ ਕੀ ਮੈਂਡੇਟਰੀ, ਜਦੋਂ ਉਹ ਲੈਟਰ ਆਈ ਸੀ ਮੈਂਡੇਟਰੀ ਨਹੀਂ ਸੀ। ਇਹ ਮੁੱਦਾ ਦੁਬਾਰਾ ਕਿਉਂ ਉੱਠਿਆ? ਇਹ ਦੁਬਾਰਾ ਇਸ਼ੂ ਤਾਂ ਉੱਠਿਆ ਕਿ ਕਿਉਂਕਿ ਅਸੀਂ ਜਨਵਰੀ 'ਚ ਨਹੀਂ ਮੰਗਾਇਆ ਤਾਂ ਇਹਨਾਂ ਨੇ ਫਰਵਰੀ 'ਚ ਫੇਰ ਰਿਮਾਈਂਡਰ ਦੇਣੇ ਸ਼ੁਰੂ ਕਰਤੇ। ਐਂਡ ਜਿਸ ਤਰ੍ਹਾਂ ਕਿ ਨੋਟਬੰਦੀ ਇੱਕਦਮ ਹੋ ਗਈ, GST ਇਹਨਾਂ ਨੇ ਕਾਉਂਸਲ ਜ਼ਰੂਰ ਸਾਰੀ ਸਟੇਟਸ ਦੀ ਬੁਲਾਈ, ਰਸ਼ਟ GST ਕਰਤੀ, ਦੇਸ਼ ਦੀ ਇਕਨੋਮੀ ਦਾ ਕੀ ਹਾਲ ਕੀਤਾ ਆਪਾਂ ਸਾਰੇ ਜਾਣਦੇ ਹਾਂ। ਤੇ ਉਸ ਤਰ੍ਹਾਂ ਹੀ ਅੱਜ ਤਾਂ ਇਹ ਰਿਕੁਐਸਟ ਹੈ, ਜੇ ਕਿਤੇ ਇਹਨਾਂ ਨਾਲ ਇਹਨਾਂ ਨੇ ਕੀ ਕਹਿਣਾ ਅਗਲੀ ਗੱਲ, ਦੇਖੋ ਜੀ ਇੰਨੀਆਂ ਬੀਜੇਪੀ ਰੂਲ ਸਟੇਟਸ ਮੰਗਾ ਰਹੀਆਂ ਨੇ, ਤੁਸੀਂ ਕਿਉਂ ਨਹੀਂ ਮੰਗਾ ਸਕਦੇ? ਕਿਉਂਕਿ ਉਹ ਤਾਂ ਡਬਲ ਇੰਜਨ ਦੀ ਸਰਕਾਰ ਹੈ, ਡਬਲ ਇੰਜਨ ਦੀ ਸਰਕਾਰ ਕੋਲਾ ਵੀ ਜ਼ਿਆਦਾ ਖਾਂਦੀ ਹੈ, ਸਾਰਾ ਕੁਝ ਜ਼ਿਆਦਾ ਖਾਂਦੀ ਹੈ, ਪਰ ਲੋਕਾਂ ਨੂੰ ਜਿਸ ਅਸਲੀ ਗੱਲ ਨਵਜੋਤ ਜੀ ਹੈ ਕਿ ਜਿਹੜੀ ਆ ਸਬਸਿਡੀ ਮਿਲ ਰਹੀ ਹੈ, ਇਹ ਤੋਂ ਇੱਕ ਦੇਸ਼ ਲਈ ਮਾਡਲ ਸੈੱਟ ਹੁੰਦਾ। ਹੁਣ ਇਹ ਮੈਂ ਕਹੂੰਗਾ PSPCL ਤੇ ਬੋਝ ਪਿਆ, ਬਿਲਕੁਲ ਪਿਆ, ਪਰ ਅਸੀਂ ਦੋ ਚੀਜ਼ਾਂ ਪੈਰਲਲ ਕਰ ਰਹੇ ਹਾਂ। ਪਹਿਲੀ ਗੱਲ, ਅਸੀਂ ਜਿਹੜੀ ਸਾਡੀ ਆਲਮੋਸਟ 35% ਗ੍ਰਿਡ ਤੋਂ ਚੋਰੀ ਹੁੰਦੀ ਸੀ। ਨੰਬਰ 2, ਜਿਹੜੀ ਟਰਾਂਸਮਿਸ਼ਨ ਲਾਸ ਹੁੰਦਾ ਸੀ, ਅਸੀਂ ਉਹਨੂੰ ਖਤਮ ਕਰਨ ਲਈ ਪੂਰੇ ਜ਼ੋਰ ਸ਼ੋਰ ਨਾਲ ਪੰਜਾਬ ਦਾ ਇਲੈਕਟ੍ਰਿਸਿਟੀ ਗ੍ਰਿਡ ਅਪਡੇਟ ਕਰਨ ਦੀ ਕੋਸ਼ਿਸ਼ ਹੋ ਰਹੀ ਹੈ, ਨੰਬਰ 1। ਨੰਬਰ 2, ਇਹਦੇ 'ਚ ਕੀ ਹੈ ਕਿ ਇਸ ਮਾਡਲ ਤੋਂ ਇਹ ਘਬਰਾ ਇਹ ਗਏ ਕਿ ਇਹਨਾਂ ਨੇ ਤਾਂ ਇੱਕ ਸਿਲੰਡਰ ਦਿੱਤਾ ਸੀਗਾ, ਇੱਕ ਸਿਲੰਡਰ ਦੇ ਕੇ ਮੁੜ ਕੇ ਬੁੜੀਆਂ ਵਿਚਾਰੀਆਂ ਫੇਰ ਪਾਤੀਆਂ ਦੇ ਰੋਟੀਆਂ ਬਣਾਉਣ ਲੱਗ ਪਈਆਂ। ਅਸੀਂ ਇਹ ਕਹਿ ਰਹੇ ਹਾਂ ਕਿਉਂਕਿ ਇਹਨੂੰ ਪਰਮਾਨੈਂਟ ਕਰੀਏ। ਪਹਿਲੀ ਗੱਲ, ਵਾਟਰ ਡਿਸਟ੍ਰੀਬਿਊਸ਼ਨ ਸਿਸਟਮ ਪੰਜਾਬ ਦਾ ਬੈਟਰ ਕਰਨਾ, ਜਿਹਦੇ ਨਾਲ ਕਿ ਬਿਜਲੀ ਸਬਸਿਡੀ ਜਿਹੜੀ ਕਿਸਾਨਾਂ ਨੂੰ ਮਿਲਦੀ ਹੈ ਉਹਦਾ ਲੋਡ ਘਟੂਗਾ। ਜਦੋਂ ਕਨਾਲ ਵਾਟਰ ਜਿਹੜਾ ਕਿ 66% ਪੰਜਾਬ ਦਾ 66% ਕਨਾਲ ਵਾਟਰ ਵੇਸਟ ਹੋ ਰਿਹਾ ਹੈ, ਜਦੋਂ ਖੇਤਾਂ ਜਾਊਗਾ ਤੁਸੀਂ ਦੇਖੋ ਕਿੰਨੀ ਬਿਜਲੀ ਬਚਦੀ ਹੈ। ਪਹਿਲੀ ਗੱਲ, ਇੰਡਸਟਰੀ ਉਦੋਂ ਡਿਮਾਂਡ ਕਰ ਰਹੀ ਸੀ, ਮਾਨ ਸਾਹਿਬ ਨੇ ਗੱਲ ਕੀਤੀ, ਮੈਂ ਉਸ ਮੀਟਿੰਗ 'ਚ ਬੈਠਾ ਸੀ ਕਿ ਸਾਨੂੰ ਪਾਣੀ ਮਹਿੰਗਾ ਮਿਲ ਰਿਹਾ। ਮਾਨ ਸਾਹਿਬ ਕਹਿੰਦੇ ਤੁਹਾਨੂੰ ਬਿਜਲੀ ਵੀ ਸਸਤੀ ਕਰਾਂਗੇ, ਪਾਣੀ ਵੀ, ਤੁਹਾਡੇ CSR ਦਾ ਕੁਝ ਪਰਸੈਂਟੇਜ ਜਿਹੜਾ ਆਪਣਾ ਵਾਟਰ ਡਿਸਟ੍ਰੀਬਿਊਸ਼ਨ ਸਿਸਟਮ ਖਰਾਬ ਹੋਇਆ ਉਹਨੂੰ ਠੀਕ ਕਰਨ ਲਈ ਵਰਤਾਂਗੇ, ਜਿਹਦੇ ਨਾਲ ਬਿਜਲੀ ਘੱਟ ਆਊਗੀ। ਅੱਜ ਦਾ ਮੁੱਦਾ ਇਹ ਹੈ ਕਿ ਪੰਜਾਬ ਕੋਲ ਇੱਕ ਟਾਈਮ ਸੀ ਜਦੋਂ 500 ਕਰੋੜ ਦਾ ਸਰਪਲਸ ਹੋ ਸਕਦਾ ਸੀਗਾ, PSPCL ਨੂੰ ਪ੍ਰੋਫਿਟ ਹੋ ਸਕਦਾ ਸੀ। ਉਸ ਮਾਡਲ ਨੂੰ ਡਿਨਾਈ ਕਰਨ ਲਈ ਤੇ ਇੱਕ ਗੱਲ ਦੇਖੋ ਜੀ, 4 ਦਿਨ 'ਚ ਇੱਕ ਚੀਜ਼ ਪਹੁੰਚਦੀ ਹੈ, ਆਪਾਂ ਉਹਨੂੰ ਚੌਗਣੀ ਮਹਿੰਗੀ ਕਰਕੇ 25 ਦਿਨਾਂ 'ਚ ਲਿਆ ਰਹੇ ਹਾਂ। ਇਹ ਕਿੱਥੋਂ ਦਾ ਲੌਜਿਕ ਹੈ? ਇਹ ਲੌਜਿਕ ਨਹੀਂ ਸਮਝ ਆਇਆ ਕਿ ਕਿਵੇਂ ਉਹਦੇ ਨਾਲ ਵੱਧ ਪੋਲਿਊਸ਼ਨ ਹੋਊਗੀ ਕਿ ਜਦੋਂ ਇੱਕ ਚੀਜ਼ ਸਿੱਧੀ ਛੱਤੀਸਗੜ੍ਹ ਤੋਂ ਪੰਜਾਬ ਆ ਗਈ, ਦੂਜੀ ਘੁੰਮ ਕੇ ਆਈ, ਪੋਲਿਊਸ਼ਨ ਉਹ ਜ਼ਿਆਦਾ ਕਰੂਗੀ ਕਿ ਸਿੱਧੇ ਵਾਲੀ ਕਰੂਗੀ ਜੀ? ਪਹਿਲੀ ਗੱਲ। ਦੂਜੀ ਗੱਲ, ਜਦੋਂ ਤੁਹਾਡੇ ਕੋਲ ਗੁੱਡ ਕੁਆਲਿਟੀ ਕੋਲ ਹੈਗਾ, ਅਸੀਂ ਉਹ ਕਿਉਂ ਨਹੀਂ ਵੇਚ ਸਕਦੇ? ਸਾਡੇ ਕੋਲ ਸਰਪਲਸ ਹੈ। ਗੱਲ ਇਹ ਹੈ ਕਿ ਇਹ ਮਾਡਲ ਤੋਂ ਘਬਰਾ ਗਏ ਨੇ ਤੇ ਦੂਜਾ ਆਪਣੇ ਪੂੰਜੀਪਤੀ ਮਿੱਤਰਾਂ ਦੀ ਤਾਂ ਮਦਦ ਕਰਨੀ ਅਸਲੀ ਗੱਲ ਆ। ਠੀਕ ਹੈ, ਹਾਂਜੀ ਲੱਦੜ ਸਾਹਿਬ। ਨਵਜੋਤ ਜੀ ਦੇਖੋ, ਮੈਂ ਤੁਸੀਂ ਸਾਰੀ ਗੱਲ ਸਾਡੇ ਗਰੇਵਾਲ ਸਾਹਿਬ ਤੋਂ ਸੁਣੀ ਹੈ, ਮੈਂ ਵੀ ਸੁਣ ਰਿਹਾ ਸੀਗਾ। ਹੁਣ ਮੈਂ ਦੱਸੋ ਜੇ ਹੱਸਾਂ ਨਾ ਤਾਂ ਕੀ ਕਰਾਂ? ਜਦੋਂ ਮੈਂ ਬੜਾ ਕਲੀਅਰ ਗੱਲ ਕਰ ਦਿੱਤੀ ਹੈ ਕਿ ਬਈ ਸਾਨੂੰ ਭਾਰਤ ਸਰਕਾਰ ਨੂੰ ਨੋਬਡੀ ਕੈਨ ਫੋਰਸ, ਭਾਰਤ ਸਰਕਾਰ ਵੀ ਨਹੀਂ ਕਹਿ ਸਕਦੀ ਕਿ ਤੁਸੀਂ ਆਪਣਾ ਸ਼ਿਪਿੰਗ ਰਾਹੀਂ ਲੈ ਕੇ ਆਓ, ਤੇ ਜੇ ਇਹਨਾਂ ਨੂੰ ਜਿੱਥੋਂ ਸਸਤਾ ਪੈਂਦਾ ਜਿਵੇਂ ਲਿਆਣਾ ਚਾਹੁੰਦੇ ਲੈਣ, ਇਸ ਤੋਂ ਵੱਧ ਹੋਰ ਕੀ ਹੋ ਸਕਦਾ? ਨੰਬਰ 1।
ਨੰਬਰ 2 ਦੇਖੋ ਜਿਹੜਾ ਸਿਸਟਮ ਹੈ, ਜਿੰਨੇ ਕੋਲ ਕੰਜ਼ਿਊਮਿੰਗ ਸਟੇਟਸ ਹੈਗੇ ਆ, ਖਾਸ ਕਰਕੇ ਨਾਰਥ ਇੰਡੀਆ ਦੇ, ਇਹਨਾਂ ਦੀ ਮਿਨਿਸਟਰ ਆਪਣਾ ਸੈਕਟਰੀ ਪਾਵਰ ਨੇ ਇੱਕ ਮੀਟਿੰਗ ਲਈ, ਉਹਦੇ ਵਿੱਚ ਤਾਂ ਇਹਨਾਂ ਨੇ ਕਿਹਾ ਨਹੀਂ ਹੈਗਾ ਕਿ ਜੀ ਅਸੀਂ ਸਾਨੂੰ ਇਹ ਸੂਟ ਨਹੀਂ ਕਰਦਾ। ਉਹਨਾਂ ਨੇ ਇੱਕ ਚਿੱਠੀ ਕੱਢ ਦਿੱਤੀ 30 ਨਵੰਬਰ ਨੂੰ। 30 ਨਵੰਬਰ ਨੂੰ ਕੱਢਣ ਤੋਂ ਬਾਅਦ ਇੱਕ ਰਿਮਾਈਂਡਰ ਵੀ ਚਿੱਠੀ ਆ ਗਈ ਕਿ ਭਾਈ ਤੁਸੀਂ ਆਪਣਾ ਜਨਵਰੀ ਦੇ ਵਿੱਚ ਸਟਾਰਟ ਕਰਨਾ ਸੀਗਾ 1 ਜਾਂ 2 ਰੇਕ ਡੇਲੀ ਲਿਜਾਣੇ, ਤੁਸੀਂ ਅਜੇ ਤੱਕ ਸ਼ੁਰੂ ਨਹੀਂ ਕੀਤਾ ਹੈਗਾ। ਹੁਣ ਉਹ ਵਜ੍ਹਾ ਵੀ ਮੈਂ ਬਿਆਨ ਕਰਤੀ ਕਿ ਉਹਨਾਂ ਨੇ ਕਿਉਂ ਕਿਹਾ ਕਿ ਭਈ ਆਪਣਾ ਦੇਸ਼ ਦੇ ਵਿੱਚ ਸਫੀਸ਼ੀਐਂਟ ਕੋਲ ਹੈਗਾ, ਤੁਹਾਡੀਆਂ ਆਪਣੀਆਂ ਮਾਈਨਸ ਹੈਗੀਆਂ, ਤੁਹਾਨੂੰ ਇੱਕ ਆਲਟਰਨੇਟਿਵ ਰੂਟ ਵੀ ਦੇ ਰਹੇ ਆ ਤਾਂ ਕਿ ਰੇਲਵੇ ਦੇ ਉੱਤੇ ਬੋਝ ਨਾ ਪਵੇ। ਲੇਕਿਨ ਜੇ ਤੁਸੀਂ ਰੇਲ ਰਾਹੀਂ ਹੀ ਲਿਆਣਾ ਚਾਹੁੰਦੇ ਹੋ ਤਾਂ ਰੇਲ ਰਾਹੀਂ ਲੈ ਆਓ, ਜੇ ਤੁਸੀਂ ਟਰੱਕਾਂ ਰਾਹੀਂ ਲਿਆਣਾ ਚਾਹੁੰਦੇ ਤਾਂ ਉਹਦੇ ਨਾਲ ਲੈ ਆਓ, ਜੇ ਤੁਸੀਂ ਬੁਲਕ ਕਾਰਟ ਦੇ ਰਾਹੀਂ ਗੱਡੇ ਰਾਹੀਂ ਲਿਆਣਾ ਚਾਹੁੰਦੇ ਉਹਦੇ ਰਾਹੀਂ ਲੈ ਆਓ, ਬਾਈ 에ਅਰ ਲੈ ਆਓ, ਤੁਹਾਡੀ ਮਰਜ਼ੀ ਹੈ। ਪੰਜਾਬ ਨੇ ਲਿਆਣਾ ਹੈ, ਪੰਜਾਬ ਦਾ ਕੋਲਾ ਹੈ, ਪੰਜਾਬ ਨੇ ਪੇਮੈਂਟ ਕਰਨੀ ਹੈ, ਨੋਬਡੀ ਵੁੱਡ ਫੋਰਸ ਯੂ, ਅਸੀਂ ਤੁਹਾਡੇ ਨਾਲ ਹੈ। ਜੇ ਕੱਲ ਨੂੰ ਤੁਹਾਨੂੰ ਕੋਈ ਫੋਰਸ ਕਰੇ ਸਾਨੂੰ ਨਾਲ ਲੈ ਕੇ ਚੱਲੋ, ਅਸੀਂ ਦਿੱਲੀ ਚੱਲਾਂਗੇ। ਬੀਜੇਪੀ ਦੀ ਪੂਰੀ ਟੀਮ ਇਨਕਲੂਡਿੰਗ ਪ੍ਰੈਜ਼ੀਡੈਂਟ ਅਸ਼ਵਨੀ ਸ਼ਰਮਾ ਜੀ, ਮੈਂ ਪੂਰੇ ਆਪਣਾ ਤੁਹਾਨੂੰ ਇੱਕ ਆਪਣਾ ਤਸੱਲੀ ਦੇ ਨਾਲ ਕਹਿ ਰਿਹਾ, ਇਹ ਗੱਲ ਡਿਸਕਸ ਕਰਨ ਤੋਂ ਬਾਅਦ ਕਹਿ ਰਿਹਾ ਕਿ ਮੈਂ ਆਪਣੀ ਜ਼ਿੰਮੇਵਾਰੀ ਨਾਲ ਤੁਹਾਨੂੰ ਇਹ ਗੱਲ ਕਹਿ ਰਿਹਾ ਕਿ ਬੀਜੇਪੀ ਇਸ ਇਸ਼ੂ ਦੇ ਉੱਤੇ ਤੁਹਾਡੇ ਨਾਲ ਹੈ। ਅੱਛਾ ਲੱਦੜ ਸਾਹਿਬ, ਜਿਹੜੀਆਂ ਗੱਲਾਂ ਮੈਂ ਸੁਣੀਆਂ ਨੇ, ਜਿਹੜੀਆਂ ਖਾਸ ਬੰਦਿਆਂ ਤੋਂ, ਜਿਹੜੇ ਕਿ ਪੰਜਾਬ ਦੇ ਮਦਈ ਹੈ, ਪੰਜਾਬ ਦੇ ਹਿਤੈਸ਼ੀ ਲੋਕ ਹੈ, ਬਿਜਲੀ ਵਿਭਾਗ ਬਾਰੇ ਸੋਚਣ ਵਿਚਾਰਨ ਵਾਲੇ ਲੋਕ ਹੈ ਵੀ ਭਾਈ ਇਹ ਸਰਕਾਰੀ ਵਿਭਾਗ ਨਾ ਜਿਹੜਾ ਕਿਤੇ ਖਤਮ ਹੋ ਜੇ, ਔਰ ਇਹ ਕਿਸੇ ਕਰਜ਼ੇ ਦੇ ਸਾਏ ਹੇਠ ਇਹ ਨਾ ਖਤਮ ਹੋ ਜੇ, ਸਰਕਾਰੀ ਨੌਕਰੀਆਂ ਦੇ ਮੌਕੇ ਨਾ ਖਤਮ ਹੋ ਜਾਣ। ਉਹਨਾਂ ਤੋਂ ਪਤਾ ਚੱਲੀ ਗੱਲ ਇਹ ਹੈ ਵੀ ਜੇਕਰ ਕੋਲ ਲੈਣ ਤੋਂ ਮਨਾ ਕੀਤਾ ਜਾਂਦਾ ਉਸ ਰੂਟ ਤੋਂ, ਹੋ ਸਕਦਾ ਹੈ ਕਿ ਕੋਟਾ ਘਟਾ ਦਿੱਤਾ ਜਾਊਗਾ। ਮੈਂ ਨਵਜੋਤ ਜੀ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿੱਥੋਂ ਕੋਲ ਆ ਰਿਹਾ ਇਹ ਪੰਜਾਬ ਦੀਆਂ ਆਪਣੀਆਂ ਖਰੀਦੀਆਂ ਹੋਈਆਂ ਖਾਣਾ ਆ, ਇਹ ਤਾਂ ਨਾ ਕੋਟਾ ਘਟ ਸਕਦਾ ਨਾ ਕੋਈ ਰਿਡਿਊਸ ਕਰ ਸਕਦਾ ਹੈਗਾ। ਇਹ ਆਪਣਾ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਵਾਜਬ ਹੈਗੀ ਹੈ ਕਿ PSPCL ਦੇ ਉੱਤੇ ਆ ਦੇਖੋ ਆਪਣੀ 7 ਫਰਵਰੀ 2023 ਦੀ ਇੰਗਲਿਸ਼ ਟ੍ਰਿਬਿਊਨ ਹੈ, ਇਹਦੇ ਚ ਕੀ ਲਿਖਿਆ ਹੋਇਆ, PSPCL gets 9641 ਕਰੋੜ 9641 ਕਰੋੜ ਦਾ ਲੋਨ ਲੈ ਰਹੀ ਹੈ ਸਰਕਾਰ, ਤੇ ਇਹਦੇ ਵਿੱਚ ਜਿਹੜੀ ਆਪਣਾ ਸਬਸਿਡੀ ਹੈਗੀ ਆ ਉਹ ਆਪਣਾ ਹੈਗੀ ਆ 9020 ਕਰੋੜ ਦੀ ਸਬਸਿਡੀ ਆਪਣਾ। ਇਸ ਤੋਂ ਇਲਾਵਾ ਇਹ ਵੀ ਆਪਣਾ ਇਹ ਹੈਗੀ ਆ ਇੰਡੀਅਨ ਐਕਸਪ੍ਰੈਸ, ਇਹ ਹੈਗੀ ਆ 21 ਦਸੰਬਰ ਦੀ, ਕੀ ਲਿਖਿਆ, ਇਨ ਜਸਟ ਫਸਟ 3 ਕੁਆਰਟਰ ਪੰਜਾਬ ਹੈਜ਼ ਬੋਰੋਡ 30,000 ਕਰੋੜ। ਨੰਬਰ 2 ਨੰਬਰ 3 ਇਹ ਹੈਗੀ ਆ ਆਪਣਾ ਇੰਡੀਅਨ ਐਕਸਪ੍ਰੈਸ 23 ਦਸੰਬਰ ਦੀ, ਇਹਦੇ ਚ ਕੀ ਲਿਖਿਆ, in 25 years Punjab paid rupees 1.18 lakh crore in power subsidy। तो अपना पंजाब ਨੂੰ ਤਬਾਹ ਕਰਨ ਵੱਲ ਤਾਂ ਚੱਲੇ ਹੋਏ ਆ, ਪਹਿਲਾਂ ਕਾਂਗਰਸ ਫਿਰ ਅਕਾਲੀ ਹੁਣ ਆਮ ਆਦਮੀ ਪਾਰਟੀ। ਇਹ ਤਾਂ 9 ਮਹੀਨੇ 30,000 ਕਰੋੜ ਲੈ ਲਿਆ, ਜਿਹੜੇ ਕਹਿੰਦੇ ਸੀ ਅਸੀਂ ਵਾਪਸ ਕਰ ਦੇਣਾ ਆ, ਅਸੀਂ ਇੰਨੀ ਕਮਾਈ ਰੇਤੇ ਤੋਂ ਕਰ ਲੈਣੀ, ਇੰਨੀ ਕਰਪਸ਼ਨ ਬੰਦ ਕਰਕੇ ਕਰ ਲੈਣੀ, ਇੰਨੀ ਅਸੀਂ ਐਕਸਾਈਜ਼। ਇਹਦਾ ਮਤਲਬ ਤੁਸੀਂ ਇਹ ਗੱਲ ਮੰਨਦੇ ਹੋ ਲੱਦੜ ਸਾਹਿਬ ਵੀ ਅੱਧਾ ਤਾਂ ਬੀਜੇਪੀ ਨੇ ਵੀ ਲੁੱਟਿਆ ਪੰਜਾਬ? ਬੀਜੇਪੀ ਨੇ ਬਿਲਕੁਲ ਨਹੀਂ ਲੁੱਟਿਆ, ਮੈਂ ਦੱਸਦਾ ਪਹਿਲਾਂ ਅਕਾਲੀ ਦਲ ਮੈਂ ਕਿਹਾ ਭਾਈਵਾਲ ਸੀਗੇ, 9 ਮਾਸ ਦਾ ਰਿਸ਼ਤਾ ਸੀਗਾ, ਹੁਣ ਭਾਵੇਂ ਉੱਚੜ ਗਏ। ਉਹ ਜਿਹੜਾ 9 ਮਾਸ ਦਾ ਰਿਸ਼ਤਾ ਸੀਗਾ 9 ਸਾਡੇ ਕੋਲ ਰਹਿ ਗਿਆ, ਮਾਸ ਪਤਾ ਨਹੀਂ ਕਿੱਥੇ ਚਲਾ ਗਿਆ। ਇਸ ਕਰਕੇ ਮੁੱਖ ਮੰਤਰੀ ਕਹਿੰਦਾ ਸੀਗਾ, ਚੀਫ ਸੈਕਟਰੀ ਕਹਿੰਦੇ ਸੀ ਡਿਪਾਰਟਮੈਂਟ ਪਾਵਰ ਇਰੀਗੇਸ਼ਨ ਕਦੇ ਬੀਜੇਪੀ ਕੋਲ ਸੀਗਾ? ਨੈਵਰ। ਜਿੰਨਾ 15 ਸਾਲ ਰਾਜ ਕੀਤਾ ਅਕਾਲੀ ਬੀਜੇਪੀ ਨੇ, ਮੈਂ ਇਹ ਨਹੀਂ ਕਹਿੰਦਾ ਹੈਗਾ ਕਿ ਸਾਡੀ ਜ਼ਿੰਮੇਵਾਰੀ ਤੋਂ ਅਸੀਂ ਫਾਰਗ ਹੋ ਗਏ ਆ, ਲੇਕਿਨ ਮੁੱਖ ਮੰਤਰੀ ਡਿਪਟੀ ਮੁੱਖ ਮੰਤਰੀ ਜਿਨ੍ਹਾਂ ਦੇ ਸੀਗੇ ਅੱਜ ਉਹੀ ਰੌਲੀ ਪਾ ਰਹੇ ਆ, ਉਹਨਾਂ ਦਾ ਬੰਦਾ ਨਹੀਂ ਆਇਆਗਾ, ਤੁਸੀਂ ਬੁਲਾਇਆ ਨਹੀਂ ਪਤਾ ਨਹੀਂ ਕਿਉਂ, ਉਹ ਆਪਣਾ ਉਹੀ ਰੌਲੀ ਪਾ ਰਹੇ ਹੈਗੇ ਆ। ਕਹਿੰਦੇ ਆਪਣਾ ਅੰਗਰੇਜ਼ੀ ਦੇ ਵਿੱਚ ਨਾ ਪੋਟ ਇਜ਼ ਕਾਲਿੰਗ ਦਾ ਕੈਟਲ ਬਲੈਕ, ਉਹ ਵਾਲਾ ਕੰਮ ਹੋ ਰਿਹਾ। ਇਹ ਜਿਹੜੀ ਆਪਣੀ ਆਮ ਆਦਮੀ ਪਾਰਟੀ ਹੈ ਕਿੱਥੋਂ ਆਈ ਆ, ਇਹ ਅੱਧੇ ਕਾਂਗਰਸੀ ਆ ਤੇ ਅੱਧੇ ਆਪਣੇ ਅਕਾਲੀ ਆ, ਤੇ 52 MLA ਇਹਨਾਂ ਦੇ ਜਿਨ੍ਹਾਂ ਤੇ FIR ਹੈ, ਲੈਂਡ ਗ੍ਰੈਬਿੰਗ ਹੈ, 2 ਵਾਰੀ ਮਿਨਿਸਟਰ ਬਦਲੀ ਜਾਂਦੇ ਹੈਗੇ ਆ। ਮਿਨਿਸਟਰ ਹੈਗਾ ਜਿਹੜਾ ਹੈਲਥ ਦਾ, ਦੂਜਾ ਮਿਨਿਸਟਰ ਮਾਈਨਿੰਗ, ਪਤਾ ਨਹੀਂ ਦੂਜਾ ਚੀਫ ਸੈਕਟਰੀ ਆ, ਤੀਜਾ DGP ਆ, ਚੌਥਾ ਆਪਣਾ ਐਡਵੋਕੇਟ ਹੈ। ਮੈਂ ਨਹੀਂ ਕਹਿੰਦਾ ਇਹ ਆਪਣਾ ਕਹਿੰਦੇ, ਮੈਂ ਬੈਠਾ ਕਹਿੰਦੇ ਜੀ ਉੱਥੇ ਉਹਨਾਂ ਦਾ
ਤੁਹਾਡੀ ਆਵਾਜ਼ ਬਹੁਤ ਬ੍ਰੇਕ ਹੋ ਰਹੀ ਹੈ ਲੱਦੜ ਸਾਹਿਬ, ਤੁਹਾਡੀ ਗੱਲ ਸਾਡੇ ਤੱਕ ਸਾਫ਼ ਤੌਰ ਤੇ ਦਰਸ਼ਕਾਂ ਤੱਕ ਨਹੀਂ ਪਹੁੰਚ ਰਹੀ ਹੈ। ਇਨ ਬਿਟਵੀਨ ਗਰੇਵਾਲ ਸਾਹਿਬ ਕੋਈ ਜਵਾਬ ਦੇਣਾ ਚਾਹੁੰਦੇ? ਇੱਕ ਵਾਰੀ ਮੈਂ ਗਰੇਵਾਲ ਸਾਹਿਬ ਤੋਂ ਜਵਾਬ ਲੈ ਲਾਂ, ਤੁਸੀਂ ਥੋੜਾ ਜਿਹਾ ਆਪਣੇ ਵਾਲੇ ਪਾਸੇ ਇਹਨੂੰ ਠੀਕ ਕਰਵਾ ਲਿਓ। ਹਾਂਜੀ ਠੀਕ ਹੈ, ਗਰੇਵਾਲ ਤਾਂ ਪੁੱਛੋ ਕੀ ਕਹਿਣਾ ਚਾਹੁੰਦੇ ਆ। ਦੇਖੋ ਆਪਾਂ ਮੰਤਰੀ ਕੀ ਹੈ ਗੱਲ ਤੇ ਐਕਚੁਅਲ ਗੱਲ ਕਰੀਏ, ਜੇ ਆਪਾਂ ਆંકੜਿਆਂ ਦੀ ਗੱਲ ਕਰਨੀ ਹੈ, ਭਾਰਤ ਦੇ ਪ੍ਰਧਾਨ ਮੰਤਰੀ ਜੀ ਉਹਨੇ ਛੁਪਿਆ ਸੀ ਦੇਸ਼ 100 ਲੱਖ ਕਰੋੜ ਦਾ, ਸੋ 14 ਨੇ 56 ਲੱਖ ਕਰੋੜ ਆਏ, ਥੋੜਾ ਜਿਹਾ 27 ਬਿਲੀਅਨ ਮਤਲਬ 2000 ਕਰੋੜ ਲੱਗ ਜੇ ਦੇਸ਼ ਦੀ ਸੰਪत्ति ਜਾ ਵੀ ਇਨ ਦ ਪੋਰਟਸ ਜਿੱਥੇ ਇੱਕ ਤੋਂ ਕੰਪਨੀ ਦਿੱਤੇ ਗਏ, ਜਿੱਥੇ ਇੱਕ ਕੰਪਨੀ ਆਪਸ ਵਿੱਚ ਵੀ ਹੋਵੇ, ਇੱਕੋ ਹੀ ਕੰਪਨੀ ਹੋਗੀ ਤਾਂ ਰਜਿਆ ਕਰੂ, ਉਹ ਨੂੰ ਦਿੱਤਾ ਗਿਆ ਬਿਲ ਆਲਮੋਸਟ ਫ੍ਰੀ ਹੋ ਚੁੱਕਾ, ਜਿਹੜਾ ਦੋ ਪੈਸਾ ਭੱਜ ਜਾ ਚੁੱਕਾ। ਜਿਹੜੇ ਜਦ ਦੇ ਆਏ ਲੱਖ ਆਣਾ ਸੀ ਨਾ ਤਾਂ ਕੀ ਸੀ, ਇਹ ਇੰਡੀਅਨ ਬੈਂਕਸ ਦੇ ਡਿਕਟੇਟਰਸ ਨੇ ਜਿਹੜੇ ਆ ਫਿਗਰਸ ਨੇ। ਕੀ ਕਰਦੇ ਆ ਅਸੀਂ, ਕੀ ਜਿਹੜੇ ਗੱਲ ਤੁਸੀਂ ਬਿਲਕੁਲ ਸਹੀ ਕਰ ਰਹੇ ਹੋ, ਕਿਸ ਤਰ੍ਹਾਂ ਹੋਏਗਾ ਇਹ ਕਿ ਜਿਹੜਾ ਇਹ ਕੋਟਾ ਹੈ, ਜਦੋਂ ਅਸੀਂ ਇਹਨਾਂ ਦੇ ਇਸ ਰੂਟ ਤੋਂ ਨਹੀਂ ਮੰਗਾਵਾਂਗੇ ਤਾਂ ਇਹ ਹੋਊਗਾ ਕਿ ਜਿਹੜੀ ਸਾਨੂੰ ਟ੍ਰੇਨ ਬਿਲਕੁਲ ਬਿਲਕੁਲ ਕੋਲਾ ਪੰਜਾਬ ਦਾ, ਪਰ ਜਿਹੜੀਆਂ ਟ੍ਰੇਨਸ ਆਣੀਆਂ ਨੇ ਉਹਦੀ ਐਲੋਕੇਸ਼ਨ ਹੌਲੀ ਹੌਲੀ ਘਟਾ ਦਿੱਤੀ ਜਾਊਗੀ ਤਾਂ ਕਿ ਫੋਰਸ ਕੀਤਾ ਜਾਵੇ ਕਿ ਉਹਦੀ ਥਾਂ ਤੇ ਤੁਸੀਂ ਲੈ ਕੇ ਆਓ ਆ ਜਿਹੜਾ RSR ਰੂਟ ਤੋਂ। ਸੋ ਬੇਸਿਕਲੀ ਇਹ ਸ਼ੂਗਰ ਕੋਟਡ ਜਿਹੜੀ ਮੈਡੀਸਨ ਤਾਂ ਮੈਂ ਗਲਤ ਕਹੂੰਗਾ, ਸ਼ੂਗਰ ਕੋਟਡ ਜ਼ਹਿਰ ਦੇਣ ਦੀ ਕੋਸ਼ਿਸ਼ ਹੋ ਰਹੀ ਹੈ। ਤੇ ਜਿਹੜੇ ਇਹ ਇਹਨਾਂ ਨੇ ਕਿਹਾ ਸਬਸਿਡੀਆਂ ਮਿਲੀਆਂ, ਅਕਾਲੀ ਭਾਜਪਾ ਸਰਕਾਰ ਸੀ, ਇਹਨਾਂ ਕੋਲ ਮੁੱਖ ਮੰਤਰੀ ਨਹੀਂ ਸੀ, ਉਪ ਮੁੱਖ ਮੰਤਰੀ ਨਹੀਂ ਸੀ, ਪਰ ਬਿਲਕੁਲ ਇਕੱਠੇ ਸੀ ਜੀ, ਖੰਡ ਮਿਸ਼ਰੀ ਸੀਗੇ ਸਾਰੀਆਂ ਕੰਮਾਂ 'ਚ। ਇਦਾਂ ਕੁਝ ਕਾਰਨ ਹੋ ਗਏ। ਹੁਣ ਵੀ ਮੈਂ ਤੁਹਾਨੂੰ ਗਰੰਟੀ ਦਿੰਦਾ, ਹਿੰਦੂਆਂ ਨੂੰ ਅੱਡ ਡਰਾਓ, ਸਿੱਖਾਂ ਨੂੰ ਅੱਡ ਡਰਾਓ, ਮੁੜ ਕੇ ਹਿੰਦੂ ਸਿੱਖ ਭਾਈਚਾਰੇ ਲਈ ਇਕੱਠੇ ਹੋ। ਗੱਲ ਇਹ ਹੈ ਕਿ ਹੁਣ ਗੇਮ ਚੱਲ ਨਹੀਂ ਰਹੀ ਤੇ ਸੈਂਟਰਲ ਗਵਰਨਮੈਂਟ ਜਿਹੇ ਜਿਹੇ ਫਰਮਾਨ ਸੁਣਾ ਰਹੀ ਹੈ। ਮੈਨੂੰ ਅੱਜ ਪਲੀਜ਼ ਮੈਨੂੰ ਇੱਕ ਲੌਜੀਕ ਇਸ ਗੱਲ ਦਾ ਸਮਝਾ ਦਿਓ ਕਿ ਸਾਡੀ ਚੀਜ਼, ਪੰਜਾਬ ਦੇ ਲੋਕਾਂ ਦੀ ਖਾਨ, ਪੰਜਾਬ ਦੇ ਲੋਕਾਂ ਦਾ ਪੈਸਾ ਤੁਸੀਂ ਅੱਜ ਇੱਕ ਵੇਲਡ ਥ੍ਰੈਟ ਦੇ ਰਹੇ ਹੋ, ਵੇਲਡ ਥ੍ਰੈਟ ਕਿ 15 ਤੋਂ 20% ਇੱਦਾਂ ਲੈ ਕੇ ਆਉਣਾ। ਜੇ ਨਹੀਂ ਲੈ ਕੇ ਆਏ ਤਾਂ ਕੋਈ ਨਹੀਂ, ਟ੍ਰੇਨਾਂ ਤਾਂ ਫਿਰ ਰੇਲਵੇ ਮਿਨਿਸਟਰੀ ਨੇ ਦੇਣੀਆਂ ਨੇ ਨਾ, ਰੇਲਵੇ ਮਿਨਿਸਟਰੀ ਨੇ ਟ੍ਰੇਨਾਂ ਦੇਣੀਆਂ ਨੇ ਨਾ, ਉਹ ਟ੍ਰੇਨਾਂ ਸਲੋ ਹੋ ਜਾਣਗੀਆਂ। ਗੱਲ ਨਵਜੋਤ ਜੀ ਇਹ ਹੈ ਕਿ ਆਹ ਜਿਹੜਾ 40 ਤੋਂ 50 ਦਿਨ ਦਾ ਪੀਰੀਅਡ ਸੀਗਾ, ਜਿਹਦੇ ਵਿੱਚ ਕੋਲ ਸਟੋਰ ਕੀਤਾ ਜਾ ਸਕਦਾ ਸੀਗਾ, ਜਿਹਦੇ ਵਿੱਚ ਉਹ ਕੋਲ ਵੇਚਿਆ ਜਾ ਸਕਦਾ ਸੀਗਾ, ਜਿਹਦੇ ਵਿੱਚ ਪੰਜਾਬ ਨੂੰ ਪ੍ਰੋਫਿਟ ਹੋ ਸਕਦਾ ਸੀਗਾ, ਉਹ 40 ਤੋਂ 50 ਦਿਨ ਦਾ ਪੀਰੀਅਡ ਟਪਾਉਣਾ ਚਾਹੁੰਦੇ ਆ ਕਿਉਂਕਿ ਹਰ ਦਿਨ ਜਿਹੜਾ ਉਹ ਕੋਲਾ ਲੇਟ ਪਹੁੰਚਦਾ ਉਹਦੇ ਨਾਲ ਕਾਸਟ ਐਡੀਸ਼ਨ ਹੁੰਦੀ ਹੈ, ਪ੍ਰੋਡਕਸ਼ਨ ਕਾਸਟ ਐਡੀਸ਼ਨ ਹੁੰਦੀ ਹੈ, ਐਂਡ ਉਹ ਐਡੀਸ਼ਨਾਂ ਕਰਾ ਕੇ ਐਡਵਾਂਟੇਜ ਦੇਣਾ ਚਾਹੁੰਦੇ ਆ। ਆਫਟਰ ਆਲ ਅਦਾਨੀ ਪਾਵਰ ਵੀ ਤਾਂ ਹੈ ਸਰ, ਅਦਾਨੀ ਪਾਵਰ ਵੀ ਤਾਂ ਹੈ, ਗ੍ਰੀਨ ਪਾਵਰ ਕਹਿ ਲਓ, ਅਦਾਨੀ ਸ਼ਿਪਿੰਗ ਵੀ ਤਾਂ ਹੈਗੀ, ਅਦਾਨੀ ਪੋਰਟਸ ਵੀ ਤਾਂ ਹੈਗੇ ਆ। ਸੋ ਬੇਸਿਕਲੀ ਇਹ ਬੜੇ ਇੱਕ ਚੁੱਪ-ਚੁਪੀਤੇ ਢੰਗ ਨਾਲ ਆਪਣਾ ਜਿਹੜਾ ਆਪਣਾ ਕਮਾਊ ਪੁੱਤ ਹੈ ਉਹਨੂੰ ਵਰਲਡ ਨੂੰ ਇਹ ਦਿਖਾਉਣ ਲਈ ਕਿ ਦੇਖੋ ਜੀ $1 ਬਿਲੀਅਨ ਦੀ SBI ਦੀ ਗਰੰਟੀ ਆਸਟ੍ਰੇਲੀਆ ਖਤਮ, ਠੀਕ ਹੈ ਜੀ। ਜਿਹੜੀਆਂ ਵੀ ਗਰੰਟੀਆਂ ਅਦਾਨੀ ਤੋਂ ਹੋਰ ਦਵਾਈਆਂ ਇਹਨਾਂ ਨੇ, ਆਲਮੋਸਟ 44,000 ਕਰੋੜ ਦਾ PNB ਦਾ ਪੈਸਾ ਅਦਾਨੀ ਨੂੰ ਗਿਆ, ਉੜ ਗਿਆ। 56,000 ਕਰੋੜ ਰੁਪਏ LIC ਦਾ ਲਵਾਇਆ, ਉੜ ਗਿਆ। $1 ਬਿਲੀਅਨ ਦੀ SBI ਦੀ ਗਰੰਟੀ ਖਤਮ, 23,000 ਕਰੋੜ ਰੁਪਏ SBI ਦਾ ਉੜ ਗਿਆ। ਇਹਨਾਂ ਸਰਕਾਰੀ ਅਦਾਰਿਆਂ ਦੇ ਖੁਦ ਸ਼ੇਅਰ ਥੱਲੇ ਆ ਗਏ ਜਸਟ ਬਿਕੋਜ਼ ਹੋਰ ਪ੍ਰਾਈਵੇਟ ਮਾਰਕੀਟ ਅਦਾਨੀ ਨੂੰ ਪੈਸੇ ਨਹੀਂ ਦੇ ਰਹੀ ਸੀ ਸਰਕਾਰੀ ਤੋਂ ਦਵਾਈਆਂ। ਤੇ ਹੁਣ ਜਦੋਂ ਇਹੋ ਜਿਹੇ ਹੱਥਕੰਡਿਆਂ ਤੇ ਆ ਰਹੇ ਆ ਤੇ ਕਹਿ ਰਹੇ ਕਿ ਅਸੀਂ ਤੁਹਾਨੂੰ ਫੋਰਸ ਨਹੀਂ ਕਰ ਰਹੇ, ਤੇ ਉਦੋਂ ਬਾਅਦ ਗੱਲ ਕੀ ਕਰ ਰਹੇ ਆ, ਤੁਹਾਡੇ ਫਲਾਣੇ ਬੰਦੇ, ਤੁਸੀਂ ਫਲਾਣਾ ਬਦਲ ਲਿਆ। ਕੀ ਅਸੀਂ ਪੰਜਾਬ ਦੇ ਲੋਕਾਂ ਨੂੰ ਸਸਤੀ ਬਿਜਲੀ ਦੇ ਰਹੇ ਹਾਂ? ਯੈਸ। ਕੀ ਅਸੀਂ PSP ਤੇ PACL ਨੂੰ ਬਿਹਤਰ ਕਰਨ ਲਈ ਕੰਮ ਕਰ ਰਹੇ ਹਾਂ? ਯੈਸ। ਕੀ ਅਸੀਂ ਪੰਜਾਬ ਦੀਆਂ ਪੁਰਾਣੀਆਂ ਖਦਾਨਾਂ ਚਲਾਈਆਂ? ਯੈਸ। ਕੀ ਉਹ ਖਦਾਨਾਂ ਤੋਂ ਬਣਿਆ ਹੋਇਆ ਕੋਲਾ ਪੰਜਾਬ ਦੇ ਲੋਕਾਂ ਦੀ ਧਰੋਹਰ ਹੈ? ਯੈਸ। ਕੀ ਉਹਨੂੰ ਵੇਚ ਕੇ ਪੰਜਾਬ ਦੇ ਲੋਕਾਂ ਨੂੰ ਪ੍ਰੋਫਿਟ ਮਿਲਣਾ ਚਾਹੀਦਾ ਸੀ? ਯੈਸ। ਕੀ ਇਹ ਉਹਨੂੰ ਰੋਕ ਰਹੇ ਹੈ? ਯੈਸ। ਇਹਨਾਂ ਗੱਲਾਂ ਦੇ ਜਵਾਬ ਦੇ ਦੇਣ, ਜੇ ਮੈਂ ਗਲਤ ਹਾਂ ਤਾਂ ਕਹਿ ਦਿਓ। ਠੀਕ ਹੈ, ਤਿਆਰ ਨੇ ਜਵਾਬ ਦੇਣ ਲਈ। ਹਾਂਜੀ ਲੱਦੜ ਸਾਹਿਬ। ਹਾਂਜੀ ਨਵਜੋਤ ਜੀ, ਪੁਆਇੰਟ ਇਹ ਹੈ ਕਿ ਗਰੇਵਾਲ ਜੀ ਨੇ ਬਹੁਤ ਵਧੀਆ ਗੱਲਾਂ ਕੀਤੀਆਂ ਹੈਗੀਆਂ। ਜੇ ਇਹਨਾਂ ਨੂੰ ਕੱਲਿਆਂ ਨੂੰ ਸੁਣਾ ਜਾਂਦਾ, ਲੋਕੀ ਇਹਨਾਂ ਤੇ ਬਿਲੀਵ ਕਰਦੇ ਕਿ ਜੋ ਕਹਿ ਰਹੇ ਆ ਸੱਚ ਕਹਿ ਰਹੇ ਹੈਗੇ ਆ। ਤਾਂ ਹੀ ਤਾਂ ਤੁਹਾਨੂੰ ਸੱਦਾ ਦਿੱਤਾ ਵਿਸ਼ੇਸ਼ ਤੌਰ ਤੇ। ਮੈਂ ਤੁਹਾਨੂੰ ਇਹ ਦੱਸਣਾ ਚਾਹਨਾ ਹੈਗਾ ਕਿ ਪੰਜਾਬ ਦਾ PSPCL 22,000 ਕਰੋੜ ਰੁਪਏ ਦਾ ਕਰਜ਼ਾ ਹੀ ਨਹੀਂ ਕਰਤਾ, ਮੈਨੂੰ ਦੱਸ ਦੇਣ ਨਹੀਂ ਕੀਤਾ ਤਾਂ। ਨੰਬਰ 1। ਨੰਬਰ 2, 8 ਰੁਪਏ ਬਿਜਲੀ ਪਰ ਯੂਨਿਟ ਖਰੀਦ ਕੇ ਫ੍ਰੀ ਦੇ ਰਹੇ ਆ। ਕੋਈ ਚੀਜ਼ ਜੇ ਤਾਂ ਇਹਨਾਂ ਦੇ ਕੋਲ 30,000 ਕਰੋੜ ਰੁਪਏ ਦਾ ਕਰਜ਼ਾ, ਮੈਂ ਤੁਹਾਨੂੰ ਅਖਬਾਰ ਦਿਖਾਤੀ, ਪੰਜਾਬ ਨੇ ਲਿਆ ਹੈਗਾ।
ਦੱਸੋ ਆਪਾਂ ਜਿਹੜਾ ਕਰਜ਼ਾਈ ਬੰਦਾ ਖੁਦ ਹੋਵੇ ਉਹ ਕਿਸੇ ਨੂੰ ਫ੍ਰੀਬੀਜ਼ ਕਿਵੇਂ ਦੇ ਸਕਦਾ, ਰਿਓੜੀਆਂ ਕਿੱਦਾਂ ਵੰਡ ਸਕਦਾ ਹੈਗਾ ਆ। ਆਪਣੇ ਕੋਲ ਇਹਨੂੰ ਪੰਜਾਬੀ ਚ ਕਹਿੰਦੇ ਆ ਪੱਲੇ ਨਹੀਂ ਧੇਲਾ ਕਰਦੀ ਮੇਲਾ ਮੇਲਾ, ਤੇ ਅਸੀਂ ਸਾਡੇ ਕੋਲ ਆਰ ਵੀ ਸਰਪਲਸ ਕੈਸ਼ ਸਟੇਟ, ਅਸੀਂ ਤਾਂ ਗਰੀਬੀ ਨਾਲ ਲੜ ਰਹੇ ਆ। ਸਾਡਾ 35% ਵਸੋਂ ਦਲਿਤ ਜਿਹੜੀ ਹੈਗੀ ਆ ਲੈਂਡਲੈਸ ਹੈ, ਉਹਨਾਂ ਕੋਲ ਘਰ ਨਹੀਂ ਹੈ। 43% ਸਾਡੀ ਪੰਜਾਬ ਦੀ ਵਸੋਂ ਫ੍ਰੀ ਆਟਾ ਦਾਲ ਰਹਿ ਰਹੀ ਆ। ਹਜ਼ਾਰਾਂ ਨਹੀਂ ਲੱਖਾਂ ਲੋਕੀ ਸਾਡੇ ਜਿਹੜੇ ਕਿਸਾਨ ਹੈਗੇ ਆ ਉਹ 6000 ਰੁਪਇਆ ਸੈਂਟਰ ਗਵਰਨਮੈਂਟ ਦੇ ਰਹੀ ਆ, ਜਿਹੜਾ ਗਰੀਬ ਕਿਸਾਨ ਹੈ ਉਹਨੂੰ ਮੋਦੀ ਜੀ ਦੇ ਰਹੇ ਆ। ਔਰ ਅਸੀਂ ਗੱਲਾਂ ਕਰਦੇ ਹੈਗੇ ਕਿ ਫ੍ਰੀ ਦੇਾਂਗੇ, ਫ੍ਰੀ ਅਸੀਂ ਦੇਣਾ ਕਿੱਥੋਂ ਹੈ? ਮੈਂ ਫ੍ਰੀ ਦੇ ਖਿਲਾਫ ਨਹੀਂ ਹੈਗਾ, ਲੇਕਿਨ ਜੇ ਤੁਹਾਡੇ ਕੋਲ ਕੁਝ ਹੈ ਹੀ ਨਹੀਂ ਹੈ ਤਾਂ ਦਿਓਗੇ ਕੀ? ਇਹ ਆਪਣਾ ਇਹ ਤਾਂ ਝੂਠ ਬੋਲ ਕੇ ਸਰਕਾਰ ਬਣੀ ਆ, ਝੂਠੀ ਸਰਕਾਰ ਹੈ। ਮੈਂ ਪੰਜਾਬੀ ਚ ਕਹਿਣਾ ਹੁੰਨਾ ਕਿ ਆਪਣਾ ਗਰੇਵਾਲ ਜੀ ਸਾਡਾ ਗੁੱਸਾ ਨਾ ਕਰਨ, ਇਹਨਾਂ ਦਾ ਜਿਹੜਾ ਸੁਪਰੀਮੋ ਹੈ ਉਹਨੂੰ ਮੈਂ ਕਹਿੰਦਾ ਝੂਠ ਦਾ ਫੁੱਫੜ, ਪੰਜਾਬੀ ਚ ਫੁੱਫੜ ਨੂੰ ਯਾਦ ਕਰਦੇ ਲੋਕੀ, ਤੇ ਉਹਦੀ ਜੋ ਦੁਰਦਸ਼ਾ ਹੁੰਦੀ ਉਹ ਵੀ ਪਤਾ ਹੈਗਾ ਸਾਨੂੰ। ਗੱਲ ਇਹ ਹੈਗੀ ਆ ਕਿ ਇਹਨਾਂ ਨੇ ਕਿਹਾ ਕਿ ਅਸੀਂ ਪੈਨਸ਼ਨਾਂ, ਬੁਢਾਪਾ ਪੈਨਸ਼ਨਾਂ, ਵਿਧਵਾ ਪੈਨਸ਼ਨਾਂ, ਬੁਢਾਪਾ, ਉਹ ਸਾਰੀਆਂ ਦੁੱਗਣੀਆਂ। ਚਲੋ ਆਪਾਂ ਉਸ ਵਾਲੇ ਪਾਸੇ ਲੱਦੜ ਸਾਹਿਬ ਨਾ ਜਾਈਏ, ਫਿਰ ਉਹ ਗੱਲਾਂ ਕੱਢਣ ਨਹੀਂ ਲੱਦੜ ਸਾਹਿਬ ਗੱਲਾਂ ਕੱਢਣ ਨੂੰ ਆ ਜਾਂਦਾ, ਦੋਏ ਪਾਸੇ ਬਹੁਤ ਕੁਝ ਨਿਕਲ ਜੂਗਾ, ਉਹ ਤਾਂ ਦੋਏ ਪਾਸੇ। ਨਵਜੋਤ ਜੀ ਮੈਨੂੰ ਇਹ ਦੱਸੋ ਕਿ ਪਿਛਲੇ ਸਾਲ ਕੋਇਲਾ ਇਹਨਾਂ ਨੇ ਫੌਰਨ ਤੋਂ ਨਹੀਂ ਲਿਆਂਦਾ ਸਰਕਾਰ ਨੇ? ਜੇ ਲਿਆਂਦਾ, ਮੈਂ ਨਹੀਂ ਇਹ ਕਹਿੰਦਾ ਕਿ ਤੁਸੀਂ ਰੇਲ ਆਪਣਾ ਸ਼ਿਪਿੰਗ ਰਾਹੀਂ ਲੈ ਕੇ ਆਓ, RSR ਰੂਟ ਅਡਾਪਟ ਕਰੋ, I am not in favor, ਲੇਕਿਨ ਇੱਕ ਨੌਨ ਇਸ਼ੂ ਨੂੰ ਇਸ਼ੂ ਬਣਾ ਰਹੇ ਹੈਗੇ ਆ। ਅਡਾਨੀ ਨੂੰ ਵਾਰ-ਵਾਰ ਅਲਾਪ ਕਰ ਰਹੇ ਆ, ਮੈਂ ਨਾ ਉਹਦੇ ਫੇਵਰ ਚ ਨਾ ਮੈਂ ਉਹਦੇ ਖਿਲਾਫ ਆ। ਆਪਾਂ ਕੀ ਲੈਣਾ ਅਡਾਨੀ ਤੋਂ? ਤੁਸੀਂ ਸ਼ਿਪਿੰਗ ਦੇ ਰਾਹੀਂ ਨਹੀਂ ਲਿਆਣਾ ਚਾਹੁੰਦੇ, ਨਾ ਲਿਆਓ, ਤੁਹਾਨੂੰ ਜਿੱਦਾਂ ਸੂਟ ਕਰਦਾ ਲੈ ਆਓ। ਤੁਹਾਨੂੰ ਰੇਲ ਰਾਹੀਂ ਲਿਆਉਣ ਤੋਂ ਮਨਾ ਕੀਤਾ ਹੋਵੇ, ਅਸੀਂ ਤੁਹਾਡੇ ਨਾਲ ਆ। ਤੁਸੀਂ ਤਾਂ ਕਹੋ ਨਾ ਕਿ ਜੀ ਸਾਨੂੰ ਰੇਲ ਗੱਡੀ ਤੇ ਸਫ਼ਰ ਤੇ ਕੋਇਲੇ ਤੇ ਲੈਣ ਤੇ ਸਰਕਾਰ ਨੇ ਮਨਾ ਕਰਤਾ ਆ। ਵੀ ਆਰ ਵਿਦ ਯੂ। ਪੰਜਾਬ ਦੇ ਹੱਕਾਂ ਤੇ ਅਸੀਂ ਨਾ ਕਦੇ ਸਹਿਣ ਕਰਾਂਗੇ, ਨਾ ਹੋਣ ਦੇਾਂਗੇ, ਕਦੇ ਪੰਜਾਬ ਦੇ ਹਿੱਤਾਂ ਤੇ ਡਾਕਾ ਨਹੀਂ ਪੈਣ ਦੇਾਂਗੇ। ਮੈਂ ਕਹਿੰਦਾ ਪੰਜਾਬ ਦਾ ਇੱਕ ਪੈਸਾ ਵੀ ਵੇਸਟ ਨਹੀਂ ਹੋਣ ਦੇਾਂਗੇ। ਜੇ ਪੈਸਾ ਵੇਸਟ ਕਰਨਾ ਆ ਤਾਂ ਆਮ ਆਦਮੀ ਪਾਰਟੀ ਤੋਂ ਸਿੱਖੋ। ਸਾਡਾ ਸਰਕਾਰ ਦਾ ਪੈਸਾ, ਲੋਕਾਂ ਦਾ ਪੈਸਾ, ਕਦੇ ਗੁਜਰਾਤ ਜਾ ਕੇ ਐਡਵਰਟਾਈਜ਼ਮੈਂਟ ਕਰਦੇ ਆ, ਕਦੇ ਹਿਮਾਚਲ ਚ ਕਰਦੇ ਆ, ਕਦੇ ਤਾਮਿਲਨਾਡੂ ਚ ਕਰਦੇ ਆ। ਬਈ ਪੰਜਾਬ ਦਾ ਪੈਸਾ ਪੰਜਾਬ ਦੇ ਲੋਕਾਂ ਤੇ ਖਰਚੋ ਭਰਾਵੋ। ਪੰਜਾਬ ਦੇ ਲੋਕਾਂ ਨੇ ਤੁਹਾਨੂੰ ਮੁੱਖ ਮੰਤਰੀ ਤੇ ਤੁਹਾਡੀ ਸਰਕਾਰ ਬਣਾਈ ਹੈ, ਨਾ ਕਿ ਤਾਮਿਲਨਾਡੂ ਨੇ ਜਾਂ ਗੁਜਰਾਤ ਨੇ ਬਣਾਈ ਹੈ। ਜੋ ਗੁਜਰਾਤ ਤੇ ਹਿਮਾਚਲ ਚ ਮਿਲਿਆ ਉਹ ਤੁਹਾਡੇ ਸਾਹਮਣੇ ਆ। ਵਾਈ ਸ਼ੁੱਡ ਵੀ ਵੇਸਟ ਆਵਰ ਮਨੀ? ਗਰੇਵਾਲ ਸਾਹਿਬ ਬੜੀ ਵੱਡੇ ਫਲੈਕਸ ਲਾਤੇ, ਵੱਡੇ ਬੋਰਡ ਲਾਤੇ, ਸਾਡਾ ਕੰਮ ਬੋਲਦਾ। ਏਦਾਂ ਕੰਮ ਬੋਲਦਾ ਹੁੰਦਾ? ਦੱਸੋ ਕੀ ਕੰਮ ਬੋਲਦਾ ਹੈ ਪੰਜਾਬ ਸਰਕਾਰ ਦਾ? ਜ਼ੀਰੋ ਹੈ। ਵੱਡਾ ਲਾਤਾ ਨਾ ਜ਼ੀਰੋ ਬਿੱਲ, ਜ਼ੀਰੋ ਕੰਮ ਬੋਲਦਾ ਹੈ, ਜ਼ੀਰੋ। ਉੱਥੇ ਲਿਖਣਾ ਸਾਡਾ ਕੰਮ ਜ਼ੀਰੋ ਬੋਲਦਾ। ਚਲੋ ਜਵਾਬ ਲੈ ਲੈਣਾ। ਗਰੇਵਾਲ ਸਾਹਿਬ ਸਿੱਧਾ ਹੀ ਕਹਿਤਾ, ਕਹਿੰਦੇ ਕੰਮ ਸਾਰੇ ਜ਼ੀਰੋ ਨੇ, ਪੱਲੇ ਨਹੀਂ ਧੇਲਾ ਕਰਦੀ ਮੇਲਾ ਮੇਲਾ। 100%। ਠੀਕ ਹੈ ਸਰ, ਠੀਕ ਹੈ ਲੱਦੜ ਸਾਹਿਬ, ਅਸੀਂ ਤਾਂ ਬਹੁਤ ਛੋਟੇ ਲੋਕ ਹੈ ਜੀ, ਇਹ ਵੱਡੀ ਪਾਰਟੀ ਵੱਡੇ ਲੋਕ ਨੇ। ਗੱਲ ਸਿਰਫ ਇਹ ਹੈ ਕਿ ਜਦੋਂ ਪੰਜਾਬ ਦੇ ਮੈਜੋਰਿਟੀ ਲੋਕਾਂ ਨੂੰ, ਸਰ ਮੈਂ ਬੋਲਣਾ ਪਲੀਜ਼ ਬੋਲਣਾ, ਮੈਂ ਜਦੋਂ ਪੰਜਾਬ ਦੇ ਮੈਜੋਰਿਟੀ ਹਾਊਸ ਹੋਲਡ ਨੂੰ ਜਦੋਂ ਜ਼ੀਰੋ ਬਿੱਲ ਆ ਰਹੇ ਹੈ ਉਹ ਇਹਨਾਂ ਨੂੰ ਨਹੀਂ ਦੇਖਣ ਨੂੰ ਮਿਲਦੇ। ਚਲੋ ਕੋਈ ਗੱਲ ਨਹੀਂ। ਹੁਣ ਗੱਲ ਇਹ ਕਹਿ ਰਹੇ ਕਿ ਪੰਜਾਬ ਕਰਜ਼ੇ 'ਚ ਹੈ, ਇਹ ਬੜੀ ਕਨਵੀਨੀਅੰਟਲੀ ਭੁੱਲ ਗਏ ਕਿ 44 ਲੱਖ ਕਰੋੜ ਦਾ ਕਰਜ਼ਾ 8 ਸਾਲਾਂ 'ਚ ਮੋਦੀ ਜੀ ਚੜਾ ਚੁੱਕੇ ਹੈ। ਬੜੀ ਕਨਵੀਨੀਅੰਟਲੀ ਭੁੱਲ ਗਏ ਕਿ 2 ਲੱਖ ਕਰੋੜ ਰੁਪਈਆ ਦੇਸ਼ ਦੀ ਧਰੋਹਰ ਆਲਰੇਡੀ ਅਦਾਨੀ ਨੂੰ ਦੇ ਦਿੱਤੀ ਗਈ ਹੈ। ਬੜੀ ਕਨਵੀਨੀਅੰਟਲੀ ਭੁੱਲ ਚੁੱਕੇ ਹੈ ਕਿ 2 ਲੱਖ ਕਰੋੜ ਲਗਭਗ ਦੇਸ਼ ਦਾ ਫਲੀ ਕਰ ਚੁੱਕਾ ਕੈਪੀਟਲ। 2 ਨੰਬਰ 'ਚ ਜਿਹੜੀਆਂ ਠੱਗੀਆਂ ਵੱਜੀਆਂ ਨੇ, ਜਿੰਨੇ ਭੱਜੇ ਨੇ, ਚੌਕਸੀ ਹੋਣੀ, ਜਿੰਨੇ ਭੱਜੇ ਨੇ, ਮਾਲਿਆ ਤੋਂ ਲੈ ਕੇ ਸਾਰੇ ਮੋਦੀ ਜੀ ਦੇ ਕਾਰਜਕਾਲ ਦੌਰਾਨ ਭੱਜੇ ਨੇ, ਜਿੰਨੇ ਭੱਜੇ ਨੇ। ਅੱਛਾ, ਇਹ ਕਹਿ ਰਹੇ ਜੀ ਤੁਹਾਡੀ ਇੰਨੀ ਆਟਾ ਦਾਲ ਲੈਂਦੀ ਹੈ। 80 ਕਰੋੜ ਲਾਭਾਰਥੀ ਕਿੱਥੋਂ ਆਏ ਜੀ? ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੇ ਜ਼ਹਿਰ ਪਾ ਕੇ ਆਪਣੀਆਂ ਜ਼ਮੀਨਾਂ 'ਚ 80 ਕਰੋੜ ਲਾਭਾਰਥੀ ਬਣਾਏ। ਇਹ ਕਹਿੰਦੇ ਤੁਸੀਂ ਫ੍ਰੀ ਵੀ ਦਿੰਦੇ ਹੋ। ਜਦੋਂ ਮੋਦੀ ਜੀ ਦੇਣ, ਜਦੋਂ ਆਪਾਂ ਤੇਲ ਪਵਾਉਣ ਜਾਂਦੇ ਨੇ, ਜਦੋਂ ਕੋਈ ਗਰੀਬ ਬੰਦਾ ਸਕੂਟਰ 'ਚ ਤੇਲ ਪਵਾਉਂਦਾ ਜਿਹੜਾ 100 ਰੁਪਏ ਪਲੱਸ ਹੋਇਆ ਸਾਹਮਣੇ ਜਿਹੜਾ ਚਿਹਰੇ ਤੇ ਮੁਸਕਾਨ ਲੈ ਕੇ ਮੋਦੀ ਜੀ ਖੜੇ ਹੁੰਦੇ ਆ, ਫ੍ਰੀ ਕਾ ਵੈਕਸੀਨ ਮੈਨੇ ਦੇ ਦਿਆ, ਉਹ ਮੋਦੀ ਜੀ ਆਪਣੀ ਜੇਬ 'ਚੋਂ ਨਹੀਂ ਦਿੰਦੇ, ਉਹ ਲੋਕਾਂ ਦਾ ਪੈਸਾ ਹੁੰਦਾ ਹੈ। ਐਂਡ ਸਰਕਾਰ ਦੀ ਡਿਊਟੀ ਹੁੰਦੀ ਹੈ ਪੂਅਰੈਸਟ ਆਫ ਦ ਪੂਅਰ ਦੀ ਮਦਦ ਕਰਨੀ। ਅਸੀਂ ਉਹਨਾਂ ਸੈਕਸ਼ਨਸ ਦੀ ਮਦਦ ਕਰ ਰਹੇ ਹਾਂ ਜਿਨ੍ਹਾਂ ਨੂੰ ਸਭ ਤੋਂ ਵੱਧ ਲੋੜ ਹੈ। ਜੇ ਅਸੀਂ ਇੰਨੇ ਹਾਊਸ ਹੋਲਡਸ ਦੀ ਬਿਜਲੀ ਫ੍ਰੀ ਕੀਤੀ ਤਾਂ ਇੱਕ ਘਰ ਦਾ ਜੇ 1000-1500 ਰੁਪਇਆ ਮਹੀਨੇ ਦਾ ਬਚਣ ਲੱਗ ਗਿਆ ਤਾਂ ਇੱਕ ਪਰਿਵਾਰ ਨੂੰ 12 ਤੋਂ 15000 ਰੁਪਇਆ ਮਹੀਨੇ ਦਾ ਬਚਣ ਲੱਗ ਗਿਆ। ਸਰ, ਸਾਨੂੰ ਉਹਨਾਂ ਦਾ ਦਰਦ ਹੈ, ਗਰੀਬਾਂ ਲਈ ਕੰਮ ਕਰ ਰਹੇ ਹਾਂ। ਜੇ ਐਜੂਕੇਸ਼ਨ ਤੇ ਹੈਲਥ ਤੇ ਪੰਜਾਬ ਦਾ ਪੈਸਾ ਲੱਗ ਰਿਹਾ ਹੈ ਤਾਂ ਉਹ ਗਰੀਬਾਂ ਲਈ ਲੱਗ ਰਿਹਾ ਹੈ, ਪੰਜਾਬ ਦੇ ਆਮ ਨਾਗਰਿਕਾਂ ਨੇ ਲੱਗ ਰਿਹਾ ਹੈ। ਜੇ ਇੰਡਸਟਰੀ ਨੂੰ ਅਸੀਂ ਕਹਿ ਰਹੇ ਹਾਂ ਕਿ ਅਸੀਂ ਤੁਹਾਡੀ ਇਹੋ ਜਿਹੇ ਪ੍ਰੋਸੈਸ ਕਰ ਰਹੇ ਹਾਂ
ਪਾਣੀ ਅਸੀਂ ਬਚਾਵਾਂਗੇ, ਇਲੈਕਟ੍ਰਿਸਿਟੀ ਸਬਸਿਡੀ ਥੱਲੇ ਲਿਆਵਾਂਗੇ। ਜਿਹੜਾ 18,000 ਕਰੋੜ ਰੁਪਏ ਦਾ ਪੀਐਸਪੀਸੀਐਲ ਦਾ ਜਾਂ 22,000 ਕਰੋੜ ਦਾ ਇਹ ਫਿਗਰ ਦੇ ਰਿਹਾ, ਓਵਰਨਾਈਟ ਤਾਂ ਚੜਿਆ ਨਹੀਂ। ਜਿਹੜੀ ਪਿਛਲੇ 25 ਸਾਲਾਂ ਦਾ ਜਿਹੜਾ ਪੀਸ ਡਿਵੀਡੈਂਡ ਆਉਣਾ ਚਾਹੀਦਾ ਸੀ, ਨਵਜੋਤ ਜੀ ਮੈਂ ਬਾਰ-ਬਾਰ ਕਹਿਣਾ 97 ਚ ਪੂਰੀ ਤਰ੍ਹਾਂ ਸ਼ਾਂਤੀ ਮੁੜੀ। ਬੜੇ ਪਿਆਰ ਨਾਲ ਬਾਦਲ, ਅਕਾਲੀ ਦਲ ਬਾਦਲ ਭਾਜਪਾ ਸਰਕਾਰ ਹੀ, ਬੜੀਆਂ ਉਮੀਦਾਂ ਸੀ। ਮੈਂ ਪਹਿਲੀ ਵਾਰੀ ਦਾ ਵੋਟਰ ਸੀ ਉਦੋਂ, ਬੜੇ ਉਮੀਦ ਨਾਲ ਆਏ, ਇੰਨੇ ਖਾ ਲੈਂਦੇ ਆ ਜੀ, ਇੰਨੇ ਲੈ ਲੈਂਦੇ ਆ। ਫੇਰ ਆਏ ਮਹਾਰਾਜਾ ਸਾਹਿਬ ਕਹਿੰਦੇ ਅਸੀਂ ਤਾਂ ਰਾਜੇ ਹੁੰਨੇ ਆ, ਅਸੀਂ ਤਾਂ ਐਂ ਲਈਦਾ। ਫੇਰ ਆਏ ਛੋਟੇ ਕਾਕਾ ਜੀ, ਦੁਬਾਰਾ ਬੀਜੇਪੀ ਵਾਲਿਆਂ ਨਾਲ ਰਲ ਕੇ। ਫੇਰ ਇਹ ਹੋਇਆ ਕਿ ਨਹੀਂ, ਜੇ ਉਹ ਖਾ ਸਕਦਾ ਤਾਂ ਅਸੀਂ ਕਿਉਂ ਨਾ ਖਾਈਏ। ਨਾ ਤਾਂ ਪੰਜਾਬ ਦੇ ਇਲੈਕਟ੍ਰਿਸਿਟੀ ਇਨਫਰਾਸਟ੍ਰਕਚਰ ਤੇ ਕੰਮ ਕੀਤਾ, ਨਾ ਪੰਜਾਬ ਦੇ ਵਿੱਚ ਹੋਰ ਕਿਸੇ ਇਨਫਰਾਸਟ੍ਰਕਚਰ ਤੇ। ਬੜੇ ਅਫਸੋਸ ਦੀ ਗੱਲ ਹੈ ਨਵਜੋਤ ਜੀ, ਜਦੋਂ ਪੰਜਾਬ 'ਚ ਸ਼ਾਂਤੀ ਹੋਈ ਹੈ ਉਦੋਂ ਪੰਜਾਬ ਨੰਬਰ 1 ਤੇ ਸੀਗਾ 93 ਚ। ਅੱਜ ਆਪਾਂ ਵੱਡੇ ਸੂਬਿਆਂ 'ਚ 16ਵੇਂ ਨੰਬਰ ਤੇ ਆ ਗਏ ਆ, ਤੇ ਥੈਂਕਸ ਟੂ ਥੀਸ ਪੀਪਲ ਐਂਡ देयर ਮਿਸਮੈਨੇਜਮੈਂਟ। ਅਸੀਂ ਇੱਕ ਵਾਅਦਾ ਕਰਦੇ ਹਾਂ ਕਿ ਸਰਕਾਰ ਦੀਆਂ ਪ੍ਰਾਇੋਰਟੀਆਂ ਠੀਕ ਨੇ, ਆਪਣੀਆਂ ਫਿਊਚਰ ਜਨਰੇਸ਼ਨ ਦੀ ਪੜ੍ਹਾਈ ਤੇ ਕੰਮ ਕਰ ਰਹੇ ਹਾਂ, ਗਰੀਬਾਂ ਨੂੰ ਬਿਜਲੀ ਦੇਣ ਤੇ ਕੰਮ ਕਰ ਰਹੇ ਹਾਂ, ਗਰੀਬਾਂ ਨੂੰ ਹੈਲਥ ਦੇਣ ਤੇ ਕੰਮ ਕਰ ਰਹੇ ਹਾਂ। ਪਰ ਗਰੇਵਾਲ ਸਾਹਿਬ, ਮੈਨੂੰ ਤਾਂ ਐ ਲੱਗ ਰਿਹਾ, ਮੈਨੂੰ ਤਾਂ ਸ਼ੁਰੂਆਤੀ 10 ਮਿੰਟਾਂ 'ਚ ਇਹ ਲੱਗ ਗਿਆ ਸੀਗਾ ਵੀ ਗੱਲ ਕਰਨ ਦਾ ਫਾਇਦਾ ਹੀ ਨਹੀਂ, ਜਦੋਂ ਕਹਿ ਰਹੇ ਆ ਵੀ ਕੋਈ ਇਹ ਜ਼ਰੂਰੀ ਹੈ ਹੀ ਨਹੀਂ ਵੀ RSR ਰੂਟ ਅਡਾਪਟ ਕੀਤਾ ਜਾਵੇ। ਜਦੋਂ ਨਹੀਂ ਕੀਤਾ ਜਾਣਾ ਚਾਹੀਦਾ ਤੇ ਮੈਨੂੰ ਲੱਗਦਾ ਕਿ ਇਸ ਡਿਬੇਟ ਦੀ, ਇਸ ਤਕਰੀਰ ਨੂੰ ਆਧਾਰ ਬਣਾ ਕੇ ਗੱਲ ਨੂੰ ਅੱਗੇ ਰੱਖਿਆ ਜਾ ਸਕਦਾ ਹੈ। ਮੁੱਖ ਮੰਤਰੀ ਸਾਹਿਬ ਇੱਕ ਚਿੱਠੀ ਹੋਰ ਪਾ ਦੇਣ ਕੇਂਦਰੀ ਮੰਤਰੀ ਨੂੰ, ਲੱਦੜ ਸਾਹਿਬ ਹੋਰਾਂ ਨੂੰ ਕੋਟ ਕਰ ਦੇਣ। ਜੀ ਸਰ ਦੇਖੋ ਨਵਜੋਤ ਜੀ, ਮੈਂ ਤੁਹਾਨੂੰ, ਜੇ ਤੁਸੀਂ ਮੈਨੂੰ ਆਗਿਆ ਦਿਓ ਤਾਂ ਮੈਂ ਕੁਝ ਕਹਿਣਾ ਚਾਹਨਾ। ਇੱਕ ਵਾਰੀ ਉਹਨਾਂ ਨੂੰ ਗੱਲ 10 ਸੈਕਿੰਡ ਦੇ ਦਿਓ। ਪਹਿਲੀ ਗੱਲ ਮੈਂ ਬੇਨਤੀ ਕਰੂੰਗਾ ਕਿ ਪਲੀਜ਼ ਮੈਨੂੰ ਇੱਕ ਸਟੇਟਮੈਂਟ ਪੰਜਾਬ ਬੀਜੇਪੀ ਦੀ ਦਿਖਾ ਦੇਣ ਜਿੱਥੇ ਉਹ ਕਹਿੰਦੇ ਅਸੀਂ ਇਹਨੂੰ ਅਪੋਜ਼ ਕਰਦੇ ਹਾਂ। ਇੱਕ ਸਟੇਟਮੈਂਟ ਸਿਵਾਏ ਲੱਦੜ ਸਾਹਿਬ ਦੇ ਕਿਸੇ ਹੋਰ ਦਿੱਤੇ ਹੋਏ, ਪਹਿਲੀ ਗੱਲ। ਦੂਜੀ ਗੱਲ, ਮੁੱਖ ਮੰਤਰੀ ਜੀ ਨੇ, ਪੰਜਾਬ ਸਰਕਾਰ ਨੇ ਜਦੋਂ ਇਹ ਮਨਾ ਕੀਤਾ, ਬੜੇ ਹੀ ਵੇਲਡ ਜਿਹੇ ਤਰੀਕੇ ਨਾਲ ਸਾਨੂੰ ਇਹ ਥ੍ਰੈਟ ਦਿੱਤਾ ਗਿਆ कि रेलवे के कोटे तो फिर कम होंगे ना, ट्रेन की वैगन्स तो फिर कम मिलेंगी ना। हमने तो इतनी वैगन्स कम कर दी क्योंकि 20% तो हमने सोचा था कि वही ट्रेन बंगाल से झारखंड और तो छत्तीसगढ़ तो ट्रेन पोर्ट से ले जूगी, पोर्ट से कलकत्ते ले जू या उड़ीसा ले जू। ਉਹੀ ट्रेन गुजरात ਤੋਂ पंजाब ले आऊ, पर छत्तीसगढ़ तो पंजाब ले आने, झारखंड तो पंजाब ले आने, हमारे पास फिर डब्बे कम है ना। हमने तो उस हिसाब से 15 से 20% कम कर दिए थे। अब क्या होगा, आपका कोला लेट होगा, जो आप सरप्लस बिल्ड कर सकते थे वो आपको बिल्ड करने नहीं दिया जाएगा। ये मुद्दा तां आया सर, मुद्दा तां आया कि ਇੱਕ ਪਾਸੇ ਤਾਂ ਬੜੇ ਭੋਲੇ ਪਾਲੇ ਬਣ ਕੇ ਕਹਿ ਦਿੰਦੇ ਆ ਕਿ ਰਿਕੁਐਸਟ ਸੀਗੀ, ਦੂਜੇ ਪਾਸੇ ਇਹ ਵੇਲਡ ਥ੍ਰੈਟਸ ਦਿੰਦੇ ਨੇ ਐਂਡ ਇਹ ਕਹਿੰਦੇ ਆ ਕਿ ਅਸੀਂ ਇਦਾਂ ਤੁਹਾਡਾ ਕੰਮ ਨਹੀਂ ਚੱਲਣਾ। ਕਹਿਣ ਤੋਂ ਭਾਵ, ਜਿਵੇਂ ਲੱਦੜ ਸਾਹਿਬ ਸ਼ੁੱਧ ਪੰਜਾਬੀ 'ਚ ਗੱਲ ਕਹਿ ਰਹੇ ਆ ਵੀ ਤੁਹਾਡਾ ਕਹਿਣ ਤੋਂ ਭਾਵ ਗੁੱਜੀਆਂ ਮਾਰਦੇ ਆ, ਅੰਦਰੋਂ ਮਾਰਦੇ ਆ, ਗੁੱਜੀਆਂ ਮਾਰਦੇ। ਜਦੋਂ ਹੋਰ ਕੁਝ ਨਹੀਂ ਲੱਭਦਾ ਫਿਰ ਪਰਸਨਲ ਅਟੈਕ ਹੈ ਤਾਂ ਅਕਾਲੀਆਂ ਦੇ ਭਾਈਵਾਲ ਹੀ ਨਾ। ਜਦੋਂ ਹੋਰ ਕੁਝ ਲੱਭਦਾ ਨਹੀਂ ਫਿਰ ਲੱਦੜ ਸਾਹਿਬ ਤੁਹਾਡੀ ਹਾਸੀ ਬਹੁਤ ਕੁਝ ਬਿਆਨ ਕਰ ਰਹੀ ਹੈ, ਪਰ ਮੈਂ ਇਹਨੂੰ ਸਮਝ ਨਹੀਂ ਪਾ ਰਿਹਾ। ਮੈਂ ਇਹਨੂੰ ਲੋਕਾਂ 'ਚ ਕਿਵੇਂ ਸਮਝਾਵਾਂ ਵੀ ਜਿਹੜਾ ਤੁਹਾਡਾ ਚਿਹਰੇ ਦੇ ਉੱਤੇ ਬਹੁਤ ਜ਼ਿਆਦਾ ਹਾਸਾ ਹੈ, ਇਹ ਕੀ ਕਹਿਣਾ ਚਾਹੁੰਦਾ? ਤੁਸੀਂ ਪਹਿਲਾਂ ਐਕਸਪਲੇਨ ਤਾਂ ਕਰ ਚੁੱਕੇ ਆ, ਹੁਣ ਤੁਸੀਂ ਮੇਰੇ ਤੋਂ ਕੀ ਪੁੱਛਣਾ ਚਾਹੁੰਦੇ ਆ? ਤੁਹਾਡਾ ਜਿੰਨਾ ਵਿਊਅਰਸ਼ਿਪ ਹੈ, ਸਾਰੇ ਲੋਕੀ ਸਮਝ ਰਹੇ ਹੈ ਕਿ ਇਹ ਡਿਬੇਟ ਮੀਨਿੰਗਲੈਸ ਹੈ, ਇਹ ਇਸ਼ੂ ਹੀ ਨਹੀਂ ਹੈਗਾ। ਲੇਕਿਨ ਮੈਂ ਤੁਹਾਨੂੰ ਇਹ ਦੇਖੋ, ਮੈਂ ਨਾਲੋਂ ਨਾਲ ਦੂਜੇ ਫੋਨ ਤੋਂ ਮੈਂ ਕੱਢ ਰਿਹਾ ਹੈਗਾ PSPCL ਦੀ ਆਫੀਸ਼ੀਅਲ ਵੈਬਸਾਈਟ ਕੀ ਕਹਿੰਦੀ, ਮੈਂ ਤੁਹਾਡੇ ਵਿਊਅਰਸ ਨਾਲ ਸ਼ੇਅਰ ਕਰਨਾ ਚਾਹੁੰਦਾ ਆ ਜੀ। ਕੀ ਕਹਿੰਦੇ ਆ? PSPCL officials and website claim that Punjab government departments owe 2605 2605 ਕਰੋੜ ਰੁਪਇਆ PSPCL ਦਾ ਸਰਕਾਰੀ ਮਹਿਕਮੇ ਨੇ ਦੇਣਾ ਆ। and PSPCL as unpaid bills 4870 ਕਰੋੜ ਦੇ ਸਬਸਿਡੀ ਦੇ ਬਿੱਲ ਹੈ PSPCL ਦੇ ਜਿਹੜੇ ਪੰਜਾਬ ਸਰਕਾਰ ਨੇ ਦੇਣੇ ਆ। FMOs and explanation to people of Punjab, ਇਹ official PSP ਜੀ। ਨਵਜੋਤ ਜੀ, ਹਾਂਜੀ, ਜਿਹੜੇ ਫਿਗਰ, ਮਾਫੀ ਚਾਹੂੰਗਾ ਲੱਦੜ ਸਾਹਿਬ ਦਾ ਇਹ ਚਲਾ ਗਿਆ, ਜਿਹੜੇ ਫਿਗਰਸ ਇਹ ਦੱਸ ਰਹੇ ਨੇ ਨਾ, ਇਹ ਫਿਗਰਸ ਪਿਛਲੇ 25 ਸਾਲ ਦੇ ਰੇਕਅਪ ਬਿਲਡਅਪ ਹੋਏ ਨੇ। ਪੰਜਾਬ ਸਰਕਾਰ ਵਚਨਬੱਧ ਹੈ ਤੇ ਜੇ PSPCL ਆਪਣੀ ਸਾਈਟ ਤੇ ਪਾ ਰਹੀ ਹੈ, ਇਹਦਾ ਮਤਲਬ ਕਿ ਅਸੀਂ ਚਾਹੁੰਦੇ ਹਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਕਿਸ ਤਰ੍ਹਾਂ ਇਹ ਲੋਕਾਂ ਦੇ ਪੈਸਿਆਂ ਨਾਲ ਖਿਲਵਾੜ ਹੋ ਰਿਹਾ ਸੀ, ਕਿਸ ਤਰ੍ਹਾਂ ਸਰਕਾਰ ਦੇ ਇੱਕ ਮਹਿਕਮੇ ਤੋਂ ਚੱਕ ਕੇ ਦੂਜੇ ਦੀ ਇਹ ਚ ਪਾ ਰਹੇ ਸੀਗੇ। ਅਸੀਂ ਇਹ ਦਿਖਾਉਣਾ ਚਾਹੁੰਦੇ ਹਾਂ, ਐਂਡ ਜੇ ਇਹ ਸਾਨੂੰ ਦਿਖਾਉਣੇ ਚਾਹੁੰਦੇ ਫਿਗਰਸ ਜ਼ਰੂਰ ਦਿਖਾਉਣ, ਪਰ ਇੱਕ ਵਾਰੀ ਇਹ ਡਿਨਾਈ ਕਰਦੇ ਆ ਕਿ ਸਾਨੂੰ ਕਿਹਾ ਗਿਆ ਕਿ ਰੇਲ ਦਾ ਕੋਟਾ ਨਹੀਂ ਘਟੂਗਾ। ਇਹ ਡਿਨਾਈ ਕਰਦੇ ਆ ਕਿ ਰੇਲ ਦਾ ਕੋਟਾ ਨਹੀਂ ਘਟੂਗਾ। ਇਹ ਵਾਅਦਾ ਕਰਦੇ ਆ ਕਿ ਪੰਜਾਬ ਦਾ ਇੱਕ ਵੀ ਟ੍ਰੇਨ ਨਹੀਂ। ਲੱਦੜ ਸਾਹਿਬ ਦੱਸਣ ਕਿਹਨੇ ਬਣਦੇ ਨਹੀਂ ਬਣਦੇ, ਦੱਸਣ ਜਰਾ। ਮੈਂ ਆਪਣਾ ਨਵਜੀ ਆਪਣਾ ਪੂਰੀ
ਜ਼ਿੰਮੇਵਾਰੀ ਨਾਲ ਕਹਿ ਰਿਹਾ ਕਿ ਕੋਈ ਰੇਲ ਦਾ ਕੋਟਾ ਨਹੀਂ ਘਟੇਗਾ। ਇਹ ਲਿਆਉਣ ਵਾਲੇ ਬਣਨ, ਕੋਈ ਰੇਲ ਦਾ ਕੋਟਾ ਨਹੀਂ ਘਟੇਗਾ। ਮੈਂ ਪਹਿਲਾਂ ਵੀ 2 ਦਿਨ ਪਹਿਲਾਂ ਵੀ ਗਰੇਵਾਲ ਜੀ ਨੂੰ ਬੇਨਤੀ ਕੀਤੀ ਸੀ, ਮੇਰੀ ਬੇਨਤੀ ਸੁਣ ਲਓ ਇੱਕ ਮਿੰਟ ਲਈ, ਕਿ ਅਸੀਂ ਤੁਹਾਡੇ ਨਾਲ ਪੰਜਾਬ ਦੇ ਹੱਕਾਂ ਤੇ ਕਦੇ ਡਾਕਾ ਨਹੀਂ ਵੱਜਣ ਦੇਵਾਂਗੇ। ਪੰਜਾਬ ਦੀ ਬੀਜੇਪੀ ਹਮੇਸ਼ਾ ਤੁਹਾਡੇ ਨਾਲ ਖੜੀ ਨਜ਼ਰ ਆਏਗੀ। ਚਾਹੇ ਸਾਨੂੰ ਆਪਣਾ ਦੇਖੋ, ਅਸੀਂ ਪਹਿਲਾਂ ਪੰਜਾਬੀ ਆ, ਉਸ ਤੋਂ ਬਾਅਦ ਅਸੀਂ ਭਾਰਤੀ ਜਨਤਾ ਪਾਰਟੀ ਜਾਂ ਕਿਸੇ ਪਾਰਟੀ ਦੇ ਬੰਦੇ ਆ। ਪਹਿਲਾਂ ਪੰਜਾਬੀ ਆ, ਪੰਜਾਬ ਦਾ ਕੋਈ ਅਸੀਂ ਹੱਕ ਜਿਹੜਾ ਆ ਕਿਸੇ ਨੂੰ ਵੀ ਧੱਕੇ ਦੇ ਨਾਲ ਨਹੀਂ, ਅਸੀਂ ਨੁਕਸਾਨ ਨਹੀਂ ਹੋਣ ਦੇਵਾਂਗੇ। ਜਦੋਂ ਤੁਸੀਂ ਕਹੋਗੇ ਆਲ ਪਾਰਟੀ ਮੀਟਿੰਗ ਬੁਲਾਓ, ਤੁਹਾਡੇ ਨਾਲ ਦਿੱਲੀ ਨਾ ਜਾ ਕੇ ਤੁਹਾਡੇ ਨਾਲ ਧਰਨਾ ਨਾ ਦਈਏ ਤਾਂ ਤੁਸੀਂ ਕਹੀਓ। ਅਸੀਂ ਆਪਣੇ ਤੁਹਾਡੇ ਪੰਜਾਬ ਦੇ ਹੱਕ ਪੰਜਾਬ ਨੂੰ ਲੈ ਕੇ ਆਵਾਂਗੇ। ਔਰ ਮੈਂ ਇਕੱਲਾ ਨਹੀਂ ਕਹਿ ਰਿਹਾ, ਐਸਆਰ ਲੱਦੜ ਨਹੀਂ ਕਹਿ ਰਿਹਾ, ਪੰਜਾਬ ਦੀ ਬੀਜੇਪੀ ਕਹਿ ਰਹੀ ਹੈ, ਪੂਰੀ ਜ਼ਿੰਮੇਵਾਰੀ ਨਾਲ ਗੱਲ ਕਰ ਰਿਹਾ। ਠੀਕ ਹੈ, ਹਾਂਜੀ ਗਰੇਵਾਲ ਸਾਹਿਬ। ਪੰਜਾਬ ਦੀ ਬੀਜੇਪੀ ਮਤਲਬ ਪੰਜਾਬ ਦੀ ओरिजिनल ਬੀਜੇਪੀ ਕਿ ਪੰਜਾਬ ਬੀਜੇਪੀ ਜੀ ਜਿੰਨੇ ਮਹਾਨੁਭਾਵ ਸਾਰੇ ਕਾਂਗਰਸ ਤੋਂ ਆਏ ਆ ਉਹ ਵਾਲੇ? ਕਿਉਂਕਿ 2 ਗਰੁੱਪ ਨੇ ਨਾ, ਇੱਕ ਗਰੁੱਪ ਤਾਂ ਇੱਕ ਤਾਂ ਬੀਜੇਪੀ, ਹੁਣ ਅਸਲੀ ਬੀਜੇਪੀ ਤਾਂ ਉਹੀ ਬਣ ਗਈ, ਮਹਾਰਾਜਾ ਜਾਖੜ ਬਾਜਵਾ ਸ਼ਾਜਵਾ ਸਾਰੇ ਜਿਹੜੇ ਇਕੱਠੇ ਹੋਏ ਆ। ਅਸਲੀ ਬੀਜੇਪੀ ਤਾਂ ਹੁਣ ਉਹ ਹੈ। ਸਰ ਗੱਲ ਹੈ ਕਿ ਤੁਸੀਂ ਲੋਕ ਅਸ਼ਵਨੀ ਸ਼ਰਮਾ ਬੀਜੇਪੀ ਪ੍ਰੈਜ਼ੀਡੈਂਟ ਅਸ਼ਵਨੀ ਸ਼ਰਮਾ, ਉਹ ਵੀ ਥੋੜਾ ਨਵਜੋਤ ਜੀ ਨੂੰ ਪਤਾ ਹੈਗਾ ਕਿ ਮੈਂ ਤੁਹਾਡੇ ਚੈਨਲ ਤੇ ਆਪਣੇ ਆਪ ਨਹੀਂ ਆਇਆ, ਬੀਜੇਪੀ ਨੇ ਮੈਨੂੰ ਭੇਜਿਆ। ਉਹੀ ਤਾਂ ਕਹਿ ਰਿਹਾ ਨਵਜੋਤ ਜੀ, ਮੇਰੀ ਗੱਲ ਸੁਣ ਰਹੇ ਹੋ? ਜੀ 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 ਜੀ। ਮੈਂ ਆਪਣੇ ਆਪ ਤੁਹਾਡੇ ਚੈਨਲ ਤੇ ਨਹੀਂ ਆਇਆ, ਮੈਨੂੰ ਬੀਜੇਪੀ ਨੇ ਭੇਜਿਆ, ਆਥੋਰਾਈਜ਼ਡ ਪਰਸਨ ਹੈ। ਜੋ ਮੈਂ ਗੱਲ ਕਰ ਰਿਹਾ ਜ਼ਿੰਮੇਵਾਰੀ ਨਾਲ ਗੱਲ ਕਰ ਰਿਹਾ। ਬਿਲਕੁਲ, ਮੈਂ ਬੇਨਤੀ ਇਹੀ ਤਾਂ ਕਰੂੰਗਾ ਕਿ ਇੱਕ ਛੋਟਾ ਜਿਹਾ ਪ੍ਰੈਸ ਨੋਟ ਦਵਾ ਦਿਓ ਪੰਜਾਬ ਬੀਜੇਪੀ ਤੋਂ ਕਿ ਇਹ ਤੁਗਲਕੀ ਫਰਮਾਨ ਹੈ, ਤੇ ਜੇ ਮੋਦੀ ਨੇ ਪੰਜਾਬ ਦਾ ਕੋਟਾ ਘਟਾਇਆ ਤਾਂ ਅਸੀਂ ਜਾ ਕੇ ਮੋਦੀ ਦੇ ਘਰ ਦੇ ਬਾਹਰ ਬੈਠਾਂਗੇ। ਪਰ ਗੱਲ ਇਹ ਹੈ ਕਿ ਨਾ ਤਾਂ ਮਹਾਰਾਜੇ ਨੇ ਜਾਣਾ, ਨਾ ਜਾਖੜ ਨੇ ਜਾਣਾ, ਤੇ ਨਾ ਬਾਜਵੇ ਨੇ ਜਾਣਾ, ਤੇ ਜਿਹੜੇ ਤੁਹਾਡੇ ਮਿੱਤਰ ਨੇ ਉਹਨਾਂ ਨੇ ਤਾਂ ਹਿੱਲਣਾ ਨਹੀਂ। ਤੇ ਜਿਹੜੇ ਵਿਚਾਰੇ ਤੁਸੀਂ ਬਚ ਗਏ ਹੋ, ਜਿਹੜੇ ਹੁਣ ਮਾਈਨੋਰਿਟੀ 'ਚ ਰਹਿ ਗਏ ਹੋ, ਤੁਸੀਂ ਬੋਲਦੇ ਹੋ ਕਿਉਂਕਿ ਤੁਹਾਨੂੰ ਪਤਾ ਕਿ ਹੱਕ ਖੋ ਕੇ ਦੂਜੇ ਪਾਸੇ ਦੇ ਚਲੋ ਮੈਂ ਨਹੀਂ ਚਾਹੁੰਦਾ ਕਿ ਆਪਾਂ ਨਿੱਜ ਵਾਲੇ ਪਾਸੇ ਪਈਏ, ਪਰ ਗੱਲ ਇਹ ਹੈ ਵੀ ਜਿਹੜੇ ਸੰਸਦ ਸੀਗੇ ਉਹਨਾਂ ਦਾ ਜਵਾਬ ਭਾਜਪਾ ਨੇ ਦਿੱਤਾ। ਉਹ ਦਾਅਵਾ ਵੀ ਠੋਕ ਰਹੇ ਆ, ਉਹ ਕਹਿ ਰਹੇ ਆ ਕਿ ਇਦਾਂ ਦਾ ਨਹੀਂ ਹੋਊਗਾ। ਜੇ ਹੋਇਆ ਗਰੇਵਾਲ ਸਾਹਿਬ, ਆਪਾਂ ਇਸ ਡਿਬੇਟ ਨੂੰ ਚੱਕ ਕੇ ਲੋਕਾਂ ਦੇ ਵਿੱਚ, ਲੋਕਾਂ ਦੀ ਕਚਹਿਰੀ 'ਚ ਦੁਬਾਰਾ ਰੱਖ ਦਾਂਗੇ ਵੀ ਭਾਈ ਇਹ ਕਹਿ ਕੇ ਮੁੱਕਰ ਗਏ ਆ, ਤੇ ਆਪਾਂ ਇਸ ਨੂੰ ਇਹ ਇੱਕ ਡਾਕੂਮੈਂਟ ਤਿਆਰ ਹੋ ਗਿਆ ਇਸ ਤਰੀਕੇ ਦੇ ਨਾਲ। ਆਪਾਂ ਇਹ ਬੜਾ ਜ਼ਰੂਰੀ ਮੁੱਦਾ ਸੀ ਪੰਜਾਬੀਆਂ ਦੇ ਲਈ, ਪੰਜਾਬ ਲਈ, ਉਹਨਾਂ ਦੇ ਜਿਹੜੇ ਤਰ੍ਹਾਂ ਦੇ ਸਵਾਲ ਸੀ ਉਹਨਾਂ ਲਈ ਜ਼ਰੂਰੀ ਮੁੱਦਾ ਸੀ। ਮੈਂ ਅਖੀਰ ਦੇ ਵਿੱਚ ਹਾਂਜੀ ਲੱਦੜ ਸਾਹਿਬ ਕੁਝ ਕਹਿਣਾ ਚਾਹ ਰਿਹਾ ਹਾਂ। ਨਵਜੋਤ ਜੀ, ਮੈਂ ਆਪਣਾ ਕੱਲਾ ਕੋਈ ਪੋਲੀਟੀਕਲ ਬੰਦਾ ਨਹੀਂ ਹੈਗਾ, ਮੈਂ ਪੋਲੀਟੀਕਲ ਸਟੇਟਮੈਂਟ ਨਹੀਂ ਦਿੰਦਾ। ਮੈਂ ਫਾਰਮਰ ਬਿਊਰੋਕਰੇਟ ਹਾਂ, ਰਿਟਾਇਰਡ ਪ੍ਰਿੰਸੀਪਲ ਸੈਕਟਰੀ ਟੂ ਗਵਰਨਮੈਂਟ ਹੈ। ਮੈਂ ਤੱਥਾਂ ਦੇ ਆਧਾਰ ਤੇ ਕ੍ਰਾਸ ਚੈੱਕ ਕੀਤਾ, ਮੈਂ 4 ਵਾਰੀ ਕ੍ਰਾਸ ਚੈੱਕ ਕੀਤਾ ਹੈ ਕਿ ਕੋਲ ਮੁੱਦੇ ਤੇ ਬੀਜੇਪੀ ਦਾ ਕੀ ਸਟੈਂਡ ਹੈ। ਜਦੋਂ ਉਹਨਾਂ ਨੇ ਮੈਨੂੰ ਅਸ਼ੋਰ ਕੀਤਾ ਤਾਂ ਹੀ ਮੈਂ ਚੈਨਲ ਤੇ ਆਇਆ ਤੁਹਾਡੇ ਤੇ, ਆਪਣੇ ਆਪ ਨਹੀਂ ਆਇਆ। ਤਾਂ ਹੀ ਤਾਂ ਤੁਸੀਂ ਰੂਲਸ ਨਾਲ ਖਿਲਵਾੜ ਕਰਕੇ ਬੜੇ ਆਰਾਮ ਨਾਲ ਵੇਲਡ ਤਰੀਕੇ ਨਾਲ ਦੂਜੀ ਚੀਜ਼ ਨੂੰ ਲੁਕੋ ਲੈਂਦੇ ਹੋ। ਇੰਨਾ ਤਜਰਬਾ। ਚਲੋ ਆਪਾਂ ਇਹਨਾਂ ਗੱਲਾਂ ਦੇ ਵਿੱਚ ਨਾ ਪਈਏ। ਇਹਨਾਂ ਸ਼ਬਦਾਂ ਦੇ ਨਾਲ ਮੈਂ ਤੁਹਾਡਾ ਧੰਨਵਾਦ ਕਰਦਾ, ਤੁਸੀਂ ਸਮਾਂ ਕੱਢਿਆ, ਗੱਲਬਾਤ ਕੀਤੀ, ਲੋਕਾਂ ਦੇ ਸਾਹਮਣੇ ਆਪਣੇ ਪੱਖ ਰੱਖੇ। ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਮੈਂ ਤੁਹਾਡਾ ਧੰਨਵਾਦੀ ਹਾਂ। ਸੋ ਕੋਲੇ ਦਾ ਕਾਲਾ ਮਾਲਾ ਜਿਹੜਾ ਸੀ, ਉਸ ਨੂੰ ਲੈ ਕੇ ਜਿਹੜੇ ਸਵਾਲ ਸੀ ਉਹ ਬੀਜੇਪੀ ਨੇ ਸਾਫ਼ ਕੀਤੇ ਹੈ ਕਿ ਨਾ ਤਾਂ ਕੋਈ ਰੇਲ ਰੂਟ ਦਾ ਕੋਈ ਕੋਟਾ ਘਟਾਇਆ ਜਾਵੇਗਾ, ਨਾ ਕੋਈ ਧੱਕੇ ਦੇ ਨਾਲ ਕੋਈ ਜਿਹੜਾ ਕੋਲੇ ਦਾ ਕੋਟਾ ਘਟਾਇਆ ਜਾਵੇਗਾ। ਕਿਸੇ ਵੀ ਤਰੀਕੇ ਦੇ ਨਾਲ ਕੋਈ ਵੀ ਅਜਿਹਾ ਕਦਮ ਨਹੀਂ ਚੱਕਿਆ ਜਾਵੇਗਾ ਜਿਹਦੇ ਨਾਲ ਪੰਜਾਬ ਹਾਮ ਹੋਵੇ, ਪੰਜਾਬੀਜ਼ ਹਾਮ ਹੋਣ। ਔਰ ਜਿਹੜੇ ਗਰੇਵਾਲ ਸਾਹਿਬ ਹੋਰਾਂ ਦੇ ਆਮ ਆਦਮੀ ਪਾਰਟੀ ਦੇ ਸੰਸਦ ਸੀ, ਉਸ ਤੋਂ ਬਾਅਦ ਵੀ ਜਿਹੜੇ ਖੜੇ ਸੀ, ਅਸੀਂ ਇਸ ਚਰਚਾ ਨੂੰ ਇੱਕ ਡਾਕੂਮੈਂਟ ਦੇ ਤੌਰ ਦੇ ਉੱਤੇ ਸਾਂਭ ਕੇ ਰੱਖਾਂਗੇ ਵੀ ਜਿਹੜੇ ਲੱਦੜ ਸਾਹਿਬ ਹੋਰਾਂ ਦੇ ਬਿਆਨਾਤ ਨੇ, ਜਿਹੜੇ ਉਹਨਾਂ ਦੇ ਦਾਅਵੇ ਹੈ, ਜੇ ਉਹਨਾਂ ਤੋਂ ਭਲਕੇ ਜਾਂ ਆਉਂਦੇ ਦਿਨਾਂ 'ਚ ਜਾਂ ਸਾਲਾਂ 'ਚ ਬੀਜੇਪੀ ਜਾਂ ਕੇਂਦਰ ਸਰਕਾਰ ਇਨਕਾਰੀ ਹੁੰਦੀ ਹੈ ਤਾਂ ਸਾਡੇ ਕੋਲੇ ਇੱਕ ਸਬੂਤ ਪਿਆ। ਅੱਜ ਦੀ ਚਰਚਾ ਦੇ ਵਿੱਚ ਇੰਨਾ ਹੀ। ਨਵਜੋਤ ਸਿੰਘ ਢਾਲੀਵਾਲ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।